BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਆਧੁਨਿਕ ਪੰਜਾਬੀ ਕਵਿਤਾ ਦੀ ਕਿਤਾਬ ਵਿੱਚ ਸ਼ਾਮਲ ਕੀਤੇ ਗਏ ਕਵੀ ਸ਼ਿਵ ਕੁਮਾਰ ਬਟਾਲਵੀ, ਉਹਨਾਂ ਬਾਰੇ ਅੱਜ ਆਪਾਂ ਗੱਲ ਕਰਨੀ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲਾ ਕਵੀ ਹੈ। ਪਾਠਕ ਵਰਗ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਬਹੁਤ ਹੀ ਲੋਕਪ੍ਰਿय ਕਵੀ ਹੋਇਆ ਹੈ। ਅੱਜ ਆਪਾਂ ਉਹਦੀਆਂ ਦੋ ਕਵਿਤਾਵਾਂ ਉਹਨਾਂ ਦੇ ਸਰਲ ਅਰਥ ਕਰਾਂਗੇ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਪੰਜਾਬੀ ਸਾਹਿਤ ਨੂੰ ਦੇਣ, ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਵੇਰਵਾ, ਉਹਦੇ ਬਾਰੇ ਗੱਲ ਕਰਾਂਗੇ। ਬੜੀਆਂ ਹੀ ਵਧੀਆ ਦੋ ਕਵਿਤਾਵਾਂ ਤੁਹਾਡੇ ਇਸ ਸਿਲੇਬਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਪਹਿਲੀ ਕਵਿਤਾ ਹੈ ਕੰਡਿਆਲੀ ਥੋਰ। ਆਪਾਂ ਇਹਨਾਂ ਦੇ ਸਰਲ ਅਰਥ ਕਰਦੇ ਹਾਂ। ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਵਿੱਚ ਉਜਾੜਾ, ਜਾਂ ਉੜਦੀ ਬਦਲੋਟੀ ਕੋਈ ਵਰਗੀ ਵਿੱਚ ਪਹਾੜਾ। ਹੁਣ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਵਿੱਚ ਜਿਹੜਾ ਵਿਛੋੜਾ ਹੈ ਉਹ ਸਮਾਇਆ ਹੋਇਆ, ਉਹ ਵਿਛੋੜੇ ਦੀ ਵਿਆਖਿਆ ਕਰਦਾ। ਉਹ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਦੇ ਬਿੰਬ ਲੈ ਕੇ ਆਉਂਦਾ ਹੈ, ਇਸ ਤਰ੍ਹਾਂ ਦੇ ਵਿਚਾਰ ਲੈ ਕੇ ਆਉਂਦਾ ਹੈ, ਜਿਹਦੇ ਵਿੱਚ ਇੱਕ ਪਿਆਰ ਕਰਨ ਵਾਲਾ ਇਨਸਾਨ ਦੂਸਰੇ ਆਪਣੇ ਸਾਥੀ ਤੋਂ ਵਿਛੜ ਰਿਹਾ ਹੈ ਔਰ ਵੱਖ-ਵੱਖ ਪ੍ਰਤੀਕਾਂ ਰਾਹੀਂ, ਵੱਖ-ਵੱਖ ਬਿੰਬਾਂ ਰਾਹੀਂ ਉਸ ਵਿਛੋੜੇ ਨੂੰ ਕਵੀ ਪੇਸ਼ ਕਰ ਰਿਹਾ ਹੈ ਅਤੇ ਉਸ ਤੋਂ ਬਗੈਰ ਆਪਣੇ ਜੀਵਨ ਦੀ ਨਿਰਾਰਥਕਤਾ ਬਾਰੇ ਵਿਆਖਿਆ ਕਰ ਰਿਹਾ ਹੈ। ਹੁਣ ਦੇਖੋ ਧਿਆਨ ਨਾਲ, ਮੈਂ ਕੰਡਿਆਲੀ ਥੋਰ ਵੇ ਸੱਜਣਾ। ਕੰਡਿਆਲੀ ਥੋਰ ਇੱਕ ਅਜਿਹਾ ਪੌਦਾ ਜਿਸ ਦੀ ਕੋਈ ਵੈਲਿਊ ਨਹੀਂ ਹੁੰਦੀ, ਉਹ ਵੇਸਟ ਹੁੰਦਾ ਦੁਨੀਆ ਦੇ ਵਿੱਚ, ਉਹਦਾ ਕੋਈ ਮੁੱਲ ਨਹੀਂ ਹੁੰਦਾ। ਮੈਂ ਆਪਣੇ ਸੱਜਣ ਤੋਂ ਬਗੈਰ ਇੱਕ ਕੰਡਿਆਲੀ ਥੋਰ ਦੀ ਤਰ੍ਹਾਂ, ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਵਿੱਚ ਉਜਾੜਾ। ਹੁਣ ਥੋਰ ਦਾ ਕੋਈ ਮੁੱਲ ਨਹੀਂ ਤੇ ਜਿੱਥੇ ਉੱਗੀ ਹੈ ਉਸ ਜਗ੍ਹਾ ਦਾ ਕੋਈ ਮੁੱਲ ਨਹੀਂ। ਦੋ ਚੀਜ਼ਾਂ ਦੇਖੋ ਇਹਦੇ 'ਚ, ਦੋ ਆਏ ਹੈਗੇ ਆ ਤੁਹਾਡੇ ਵਿੰਬ ਜਾਂ ਪ੍ਰਤੀਕ ਕਹਿ ਸਕਦੇ ਹੋ ਤੁਸੀਂ। ਇਹ ਥੋਰ ਤੇ ਉਜਾੜ। ਉਜਾੜ ਜਿੱਥੇ ਕੋਈ ਵੈਲਿਊ ਨਹੀਂ ਜਿਸ ਥਾਂ ਦੀ, ਤੇ ਉੱਥੇ ਜਿਹੜਾ ਪੌਦਾ ਉੱਗਿਆ ਹੈਗਾ ਉਹ ਥੋਰ ਹੈ। ਥੋਰ ਦੀ ਕੋਈ ਵੈਲਿਊ ਨਹੀਂ ਦੁਨੀਆ ਦੇ ਵਿੱਚ। ਤੇ ਆਪਣੇ ਸੱਜਣ ਤੋਂ ਬਗੈਰ, ਆਪਣੇ ਮਿੱਤਰ ਤੋਂ ਬਗੈਰ, ਆਪਣੇ ਮਹਿਬੂਬ ਤੋਂ ਬਗੈਰ ਇੱਕ ਮਹਿਬੂਬਾ ਦਾ ਜਿਹੜਾ ਹਾਲ ਹੁੰਦਾ ਹੈ, ਉਸ ਹਾਲ ਨੂੰ ਥੋਰ ਤੇ ਉਜਾੜ ਦੇ ਮੁਕਾਬਲੇ ਕੀਤੇ ਹੈ ਇਹਨਾਂ ਸ਼ਬਦਾਂ ਦੇ ਥਰੂ। ਉਹਨਾਂ ਨੇ ਥੋਰ ਤੇ ਉਜਾੜ ਦੋ ਅਜਿਹੇ ਬਿੰਬ ਸਿਰਜੇ ਹੈ ਜਿਹੜੇ ਇਸ ਵਿਛੋੜੇ ਨੂੰ ਹੋਰ ਤੀਵਰ ਕਰਦੇ ਆ, ਹੋਰ ਭਾਵੁਕਤਾ ਬਖਸ਼ਦੇ ਹੈ ਔਰ ਵਿਛੜੀ ਹੋਈ ਜਿਹੜੀ ਬਿਰਹਣ ਇਸਤਰੀ ਹੈ ਜਾਂ ਵਿਛੜੀ ਹੋਈ ਜਿਹੜੀ ਪ੍ਰੇਮਿਕਾ ਹੈ, ਉਹ ਆਪਣਾ ਮੁੱਲ ਬੜਾ ਹੀ ਥੋੜ੍ਹਾ ਅੰਕਦੀ ਹੈ, ਬੜਾ ਹੀ ਥੋੜ੍ਹਾ ਮਿੱਥਦੀ ਹੈ, ਕਿਉਂਕਿ ਆਪਣੇ ਪ੍ਰੇਮੀ ਤੋਂ ਬਗੈਰ ਉਹਦਾ ਜਿਹੜਾ ਹਾਲ ਹੈ ਉਹ ਦੱਸਣਯੋਗ ਨਹੀਂ। ਜੇ ਦੱਸ ਵੀ ਰਿਹਾ ਤਾਂ ਉਹਦੀ ਕੋਈ ਆਪਣੇ ਪ੍ਰੇਮੀ ਤੋਂ ਬਗੈਰ, ਆਪਣੇ ਮਿੱਤਰ ਤੋਂ ਬਗੈਰ ਕੋਈ ਵੈਲਿਊ ਨਹੀਂ ਹੈਗੀ। ਇਹਦੇ ਬਾਰੇ ਜ਼ਿਕਰ ਕੀਤਾ ਹੈ। ਜਾਂ ਉੜਦੀ ਬਦਲੋਟੀ ਕੋਈ ਵਰਗੀ ਵਿੱਚ ਪਹਾੜਾਂ। ਬਦਲੋਟੀ ਹੁੰਦਾ ਛੋਟੀ ਬਦਲੀ। ਹੁਣ ਜਦੋਂ ਮੀਂਹ ਵਰਦਾ ਹੈ, ਮੀਂਹ ਜਿੱਥੇ ਫਸਲ ਹੁੰਦੀ ਹੈ ਉਸ ਧਰਤੀ ਤੇ ਵਰੇ ਤਾਂ ਉਹਦੀ ਕੋਈ ਵੈਲਿਊ ਹੁੰਦੀ ਹੈ, ਉਹਦਾ ਕੋਈ ਮੁੱਲ ਹੁੰਦਾ ਹੈ। ਪਰ ਜਦੋਂ ਉਹੀ ਮੀਂਹ ਕਿਸੇ ਪਹਾੜੀ ਦੇ ਉੱਪਰ ਵਰ ਜਾਂਦਾ ਹੈ ਜਿੱਥੇ ਕੋਈ ਫਸਲ ਨਹੀਂ ਹੁੰਦੀ, ਉਜਾੜ ਏਰੀਏ ਦੇ ਵਿੱਚ ਵਰ ਜਾਂਦਾ ਹੈ, ਜਿੱਥੇ ਕੋਈ ਪੌਦਾ ਨਹੀਂ ਹੁੰਦਾ, ਤਾਂ ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਉਹਦੀ ਕੋਈ ਮੁੱਲ ਨਹੀਂ ਹੁੰਦਾ। ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਹਰੀ। ਪੀਰ ਦੀ ਦੇਹਰੀ ਤੇ ਇੱਕ ਦੀਵਾ ਬਲ ਰਿਹਾ ਹੈ, ਮੈਂ ਉਸ ਵਰਗੇ ਹਾਂ, ਮੇਰੀ ਵੈਲਿਊ ਉੱਦਾਂ ਦੀ ਹੈ। ਘਰ ਦੇ ਵਿੱਚ ਦੀਵਾ ਬਲਦਾ ਹੋਵੇ, ਘਰ ਦੇ ਵਿੱਚ ਦੀਵਾ ਜਗ ਰਿਹਾ, ਚਾਨਣ ਕਰ ਰਿਹਾ, ਚਾਨਣ ਦਾ ਪ੍ਰਤੀਕ ਹੈ, ਹਨੇਰੇ ਨੂੰ ਬੁਝਾ ਰਿਹਾ, ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਹੀ ਪੋਜ਼ੀਟਿਵ ਇਹ ਤਾਂ ਕਹਿ ਸਕਦੇ ਹੋ ਤੁਸੀਂ। ਇਹ ਅਗਾਂਹ ਵਧੂ ਵਿਚਾਰ ਹੈ। ਤੇ ਜੇ ਉਹੀ ਚੀਜ਼ ਜਾ ਕੇ ਕਿਸੇ ਅਜਿਹੀ ਥਾਂ ਦੇ ਉੱਪਰ ਪ੍ਰਕਾਸ਼ ਕਰ ਰਹੀ ਹੈਗੀ ਹੈ, ਅਜਿਹੀ ਜਗ੍ਹਾ ਦੇ ਉੱਪਰ ਜਾ ਕੇ ਪ੍ਰਕਾਸ਼ ਕਰ ਰਹੀ ਹੈਗੀ, ਉੱਥੇ ਕੋਈ ਦੀ ਵੈਲਿਊ ਨਹੀਂ ਹੈਗੀ। ਜਾਂ ਕੋਈ ਕੋਇਲ ਕੰਠ ਜਿਹਦੇ ਦੀਆਂ ਸੂਤੀਆਂ ਜਾਵਣ ਨਾੜਾਂ। ਕੋਇਲ ਦੀ ਵੈਲਿਊ ਕੀ ਹੈ? ਉਹਦੀ ਆਵਾਜ਼ ਕਰਕੇ। ਜੇਕਰ ਉਹਦੀ ਆਵਾਜ਼ ਉਹ ਤੋਂ ਖੋਹ ਲਈ ਜਾਵੇ ਤਾਂ ਉਹਦਾ ਮੁੱਲ ਨਹੀਂ ਹੈਗਾ। ਇਸ ਤਰ੍ਹਾਂ
ਦਾ ਹੀ ਮੇਰਾ ਮੁੱਲ ਹੈ। ਜਿਵੇਂ ਕੋਲ ਤੋਂ ਉਹਦੀ ਆਵਾਜ਼ ਖੋਲੀ, ਉਹਦੇ ਗਲ ਦੀਆਂ ਨਾੜਾਂ ਸੁੱਤੀਆਂ ਜਾਣ, ਉਹਦੀ ਆਵਾਜ਼ ਉਹ ਤੋਂ ਗੁੰਮ ਜਾਵੇ, ਤੇ ਪ੍ਰੇਮੀ ਦੇ ਦੂਰ ਹੋਣ ਦੇ ਨਾਲ, ਮਿੱਤਰ ਦੇ ਦੂਰ ਹੋਣ ਦੇ ਨਾਲ ਇਸ ਤਰ੍ਹਾਂ ਦੀ ਉਹਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਤਰ੍ਹਾਂ ਦੀ ਉਹਦੀ ਵੈਲਿਊਲੈਸ ਜ਼ਿੰਦਗੀ ਦੀ ਗੱਲ ਕੀਤੀ ਗਈ ਹੈ। ਜਾਂ ਚੰਬੇ ਦੀ ਡਾਲੀ ਕੋਈ ਜਾਂ ਬਾਲਣ ਬਣ ਜਾਏ। ਹੁਣ ਜਾਂ ਚੰਬੇ ਦੀ ਡਾਲੀ ਕੋਈ ਜੋ ਬਾਲਣ ਬਣ ਜਾਏ। ਹੁਣ ਇਹਦਾ ਦੇਖੋ, ਚੰਬੇ ਦੀ ਡਾਲੀ ਜੋ ਕਿ ਬਾਲਣ ਦਾ ਰੂਪ ਬਣ ਜਾਂਦੀ ਹੈ, ਉਸੇ ਤਰ੍ਹਾਂ ਉਹ ਵੀ ਵਿਛੋੜੇ ਦੇ ਰੂਪ ਦੇ ਵਿੱਚ ਆਪਣੀ ਵੈਲਿਊ ਨੂੰ ਘਟਾ ਕੇ, ਜਾਂ ਵੈਲਿਊ ਜਿਹੜੀ ਖਤਮ ਹੋ ਚੁੱਕੀ ਹੈ ਉਹਦੀ ਪੇਸ਼ਕਾਰੀ ਕਰ ਰਹੀ ਹੈ। ਜਾਂ ਮਰੂਏ ਦਾ ਫੁੱਲ ਬਸੰਤੀ ਜੋ ਠੁੰਗ ਜਾਣ ਗੁਟਾਰਾ। ਮਰੂਏ ਦਾ ਫੁੱਲ ਜਦੋਂ ਆਪਣੇ ਪੌਦੇ ਨਾਲ ਲੱਗਿਆ ਹੋਇਆ ਤਾਂ ਉਹਦੀ ਖੁਸ਼ਬੂ ਹੈ, ਪਰ ਜਦੋਂ ਉਹਨੂੰ ਗੁਟਾਰਾਂ ਠੁੰਗ ਜਾਂਦੀਆਂ, ਇੱਕ ਜਾਨਵਰ ਠੁੰਗ ਜਾਂਦਾ ਹੈ, ਤਾਂ ਉਹ ਧਰਤੀ ਦੇ ਉੱਪਰ ਪਿਆ ਔਰ ਉਹਦੇ ਵਿੱਚ ਜਿਹੜੀ ਖੁਸ਼ਬੂ ਉਹ ਖਤਮ ਹੋ ਗਈ ਹੈ। ਇਸ ਤਰ੍ਹਾਂ ਦੀ ਕਹਿੰਦੇ ਮੇਰੀ ਵੈਲਿਊ ਹੈ। ਹੁਣ ਤੱਕ ਜਿਹੜੀ ਆਪਾਂ ਪੜ੍ਹੀਏ ਕਵਿਤਾ, ਉਹਦੇ 'ਚ ਦੇਖੋ, ਥੋਰ ਹੋ ਗਈ, ਉਜਾੜ ਹੋ ਗਈ, ਬਦਲੋਟੀ ਹੋ ਗਈ, ਪਹਾੜ, ਦੀਵਾ ਜਿਹੜਾ ਦੇਹਰੀ ਤੇ ਜਗਦਾ, ਕੋਇਲ ਦੀ ਜਿਹੜੇ ਕੰਠ ਹੈਗਾ, ਗਲਾ ਹੈਗਾ, ਉਹਦੀਆਂ ਨਾੜਾਂ ਦੀ ਗੱਲ ਕੀਤੀ ਜੇ ਸੁੱਤੀਆਂ ਜਾਣ, ਤਾਂ ਚੰਬੇ ਦੀ ਡਾਲੀ ਜੋ ਬਾਲਣ ਬਣ ਜਾਂਦੀ ਹੈ, ਮਰੂਏ ਦਾ ਫੁੱਲ ਬਸੰਤੀ ਠੁੰਗ ਜਾਂਦੀਆਂ ਨੂੰ ਗੁਟਾਰਾਂ। ਇੱਦਾਂ ਦੇ ਜਿਹੜੇ ਸਾਰੇ ਪ੍ਰਤੀਕ ਹੈਗੇ, ਅਸਲ ਦੇ ਵਿੱਚ ਇਹ ਕਿਸੇ ਚੀਜ਼ ਦੀ ਵੈਲਿਊ ਨੂੰ ਘਟਾ ਰਹੇ ਹੈ। ਇੱਕ ਥੋੜ੍ਹੀ ਬਹੁਤ ਜਿਹੜੀ ਵੈਲਿਊ ਹੁੰਦੀ ਹੈ ਉਹਦੀ ਪੌਦੇ ਦੀ ਹੁੰਦੀ ਹੈ, ਜਾਂ ਉਹਦੀ ਕਿਸੇ ਜਾਨਵਰ ਦੀ ਹੁੰਦੀ ਹੈ, ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸੰਸਾਰ ਦੇ ਉੱਪਰ ਵੈਲਿਊ ਵਾਲੀ ਚੀਜ਼ ਨੂੰ ਵੈਲਿਊਲੈਸ ਬਣਾ ਕੇ ਜਦੋਂ ਪੇਸ਼ ਕੀਤਾ ਜਾਂਦਾ, ਉਸ ਦੇ ਨਾਲ ਆਪਣਾ ਕੰਪੈਰੀਜ਼ਨ ਕਰ ਰਹੀ ਹੈਗੀ ਹੈ ਬਿਰਹਣ ਇਸਤਰੀ। ਜਾਂ ਇਸ ਕਵਿਤਾ ਦੀ ਜਿਹੜੀ ਹਰਿਆਣਾ ਹੈਗੀ, ਇਸ ਕਵਿਤਾ ਦੀ ਜਿਹੜੀ ਮੁੱਖ ਪਾਤਰ ਹੈਗੀ ਹੈ, ਜਾਂ ਇਸ ਕਵਿਤਾ ਦੇ ਵਿੱਚ ਪੇਸ਼ ਕੀਤੀ ਗਈ ਇੱਕ ਔਰਤ ਆਪਣੇ ਪ੍ਰੇਮੀ ਤੋਂ ਵਿਛੜ ਕੇ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ, ਉਹਦੇ ਬਾਰੇ ਜ਼ਿਕਰ ਕੀਤਾ ਗਿਆ। ਅੱਗੇ, ਜਾਂ ਕੋਈ ਵੋਟ ਕੇ ਜਿਸ ਦੇ ਹਾਲੇ ਨੈਣ ਨਹੀਂ ਸਨ ਖੁੱਲੇ, ਮਾਰਿਆ ਮਾਲੀ ਕਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ। ਹੁਣ ਇੱਕ ਹੋਰ ਪ੍ਰਤੀਕ ਦਿੱਤਾ, ਇੱਕ ਹੋਰ ਬਿੰਬ ਦਿੱਤਾ ਹੈ। ਕੋਈ ਵੋਟ ਹੁੰਦਾ ਹੈਗਾ ਛੋਟਾ ਬੱਚਾ ਜਿਹਦੇ ਹਜੇ ਨੈਣ ਨਹੀਂ ਖੁੱਲੇ ਸੀਗੇ, ਕਿਸੇ ਪੰਛੀ ਦਾ ਕੋਈ ਛੋਟਾ ਬੱਚਾ, ਉਹਦੇ ਨੈਣ ਨਹੀਂ ਖੁੱਲੇ ਸੀਗੇ। ਮਾਰਿਆ ਮਾਲੀ ਕਸ ਗੁਲੇਲਾ, ਤੇ ਕਿਸੇ ਮਾਲੀ ਨੇ ਉਹਦੇ ਤੇ ਗੁਲੇਲ ਚਲਾ ਦਿੱਤੀ, ਉਹਦੇ ਤੇ ਨਿਸ਼ਾਨਾ ਵਿੰਨ ਕੇ ਮਾਰਿਆ, ਦਾਖਾਂ ਦੀਆਂ ਆੜਾਂ ਲੈ ਕੇ, ਕਿਸੇ ਪੌਦੇ ਦੀ ਆੜ ਲੈ ਕੇ। ਤੇ ਉਹਦੀ ਪਹਿਲਾਂ ਹੀ ਜ਼ਿੰਦਗੀ ਦੇ ਵਿੱਚ ਅੱਖਾਂ ਖੁੱਲ੍ਹਣ ਤੋਂ ਪਹਿਲੇ ਉਹਦੀ ਮੌਤ ਹੋ ਗਈ। ਜਦੋਂ ਆਪਣੇ ਆਲ੍ਹਣੇ 'ਚ ਡਿੱਗੂਗਾ ਤੇ ਮੁੜ ਕੇ ਆਲ੍ਹਣੇ ਵਿੱਚ ਨਹੀਂ ਜਾ ਸਕੂਗਾ। ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਗਈ ਹੈਗੀ ਹੈ। ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਕਿਤੇ ਕੁਰਾਹੇ। ਹੁਣ ਜਿਹੜੀ ਉਹੀ ਕੰਡਿਆਲੀ ਥੋਰ ਕਿਸੇ ਕੁਰਾਹੇ ਦੇ ਵਿੱਚ ਜਾ ਕੇ ਉੱਗਦੀ ਹੈ, ਜਿੱਥੇ ਕੋਈ ਬੰਦਾ ਜਾਂ ਇਨਸਾਨ ਨਾ ਜਾਂਦਾ ਹੋਵੇ। ਉਹ ਵੀ ਇੱਕ ਵੈਲਿਊਲੈਸ ਜਗ੍ਹਾ ਹੈਗੀ ਹੈ, ਉਹਦੀ ਕੋਈ ਕੀਮਤ ਨਹੀਂ, ਜਿਸ ਜਗ੍ਹਾ ਦੇ ਉੱਪਰ ਉਹ ਉੱਗੀ ਹੋਈ ਹੈ। ਨਾ ਕਿਸੇ ਮਾਲੀ ਸਿੰਜਿਆ ਮੈਨੂੰ, ਨਾ ਕੋਈ ਸਿੰਜਣਾ ਚਾਹੇ। ਮਾਲੀ ਵੀ ਉਸੇ ਪੌਦੇ ਦੀ ਨੂੰ ਪਾਣੀ ਦੇਊਗਾ ਜਿਹਦੀ ਕੋਈ ਵੈਲਿਊ ਹੈ ਕਿ ਸਮਾਜ ਦੇ ਵਿੱਚ, ਜਿਹਦੀ ਕੋਈ ਸਮਾਜ ਦੇ ਵਿੱਚ ਕੀਮਤ ਹੈਗੀ ਹੈ, ਜਿਹਨੂੰ ਸਮਾਜ ਚਾਹੁੰਦਾ ਹੈਗਾ। ਤੇ ਇਸ ਤਰ੍ਹਾਂ ਦੀ ਜਿਹੜੀ ਥੋਰ ਹੈ ਕੰਡਿਆਲੀ ਥੋਰ, ਉਹਨੂੰ ਤਾਂ ਕੋਈ ਮਾਲੀ ਵੀ ਨਹੀਂ ਸਿੰਜੂਗਾ, ਉਹਨੂੰ ਤਾਂ ਜਾ ਕੇ ਮਾਲੀ ਵੀ ਕੋਈ ਪਾਣੀ ਨਹੀਂ ਦੇਊਗਾ। ਨਾ ਕੋਈ ਸੱਜਣਾ ਚਾਹੇ ਯਾਦ ਤੇਰੀ ਦੇ ਉੱਚੇ ਮਹਿਲੀ ਮੈਂ ਬੈਠੀ ਪਈ ਰੋਵਾਂ। ਹੁਣ ਦੇਖੋ, ਇੱਥੇ ਕਵਿਤਾ ਫਿਰ ਉੱਤੇ ਪ੍ਰਤੀਕ ਦਿੱਤੇ, ਸਾਰੇ ਬਿੰਬ ਦਿੱਤੇ ਆ। ਇੱਥੇ ਆ ਕੇ ਕਵਿਤਾ ਆਪਣੇ ਅਸਲੀ ਰੰਗ ਦੇ ਵਿੱਚ ਆ ਜਾਂਦੀ ਹੈ ਕਿ ਮੈਂ ਤੇਰੇ ਵਿਛੋੜੇ ਦੇ ਵਿੱਚ ਬੈਠੀ ਹੋਈ ਉੱਚੇ ਮਹਿਲੀ ਤੇਰੀ ਯਾਦ ਦੇ ਵਿੱਚ ਬੈਠੀ ਤੜਫ ਰਹੀ ਹਾਂ, ਰੋ ਰਹੀ ਹਾਂ। ਹਰ ਦਰਵਾਜ਼ੇ ਲੱਗਾ ਪਹਿਰਾ ਆਵਾਂ ਕਿਹੜੇ ਰਾਹੇ। ਤੇ ਮੈਂ ਉੱਥੇ ਮੈਨੂੰ ਇੱਕ ਤਰ੍ਹਾਂ ਦੇ ਨਾਲ ਕਿਸੇ ਕਮਰੇ ਦੇ ਵਿੱਚ ਜਾਂ ਕਿਸੇ ਜਗ੍ਹਾ ਦੇ ਉੱਪਰ ਪਹਿਰੇ ਦੇ ਅਧੀਨ ਰੱਖਿਆ ਗਿਆ, ਤੇ ਮੈਂ ਉਸ ਪਹਿਰੇ ਦੇ ਵਿੱਚੋਂ ਨਿਕਲ ਕੇ ਤੈਨੂੰ ਆ ਕੇ ਕਿਵੇਂ ਮਿਲਾਂ। ਮੈਂ ਕੋਈ ਵੀ ਰਾਹ ਅਜਿਹਾ ਨਹੀਂ ਹੈਗਾ ਜਿਹੜਾ ਰਾਹ ਮੈਂ ਪਾਰ ਕਰਕੇ ਤੈਨੂੰ ਆ ਕੇ ਮਿਲ ਲਵਾਂ। ਮੈਂ ਉਹ ਚੰਦਰੀ ਜਿਸ ਦੀ ਡੋਲੀ ਲੁੱਟ ਲਈ ਆਪ ਕਹਾਰਾਂ। ਤੇ ਜਾਂ ਤਾਂ ਮੈਂ ਕਹਿੰਦੀ ਉਸ ਤਰ੍ਹਾਂ ਦੀ ਔਰਤ ਹੈਗੀ ਆ, ਉਸ ਤਰ੍ਹਾਂ ਦੀ ਨਵਵਿਆਹਤਾ ਕੁੜੀ ਹੈਗੀ ਆ ਜਿਹਦੀ ਡੋਲੀ ਉਸਦੇ ਕਹਾਰਾਂ ਨੇ। ਅੱਗੇ ਕਹਾਰ ਡੋਲੀ ਨੂੰ ਚੁੱਕ ਕੇ ਲੈ ਕੇ ਜਾਂਦੇ ਸੀ ਚਾਰ, ਉਹ ਅਸਲ ਦੇ ਵਿੱਚ ਉਹਦੇ ਅੰਗ ਰੱਖਿਅਕ ਵੀ ਹੁੰਦੇ ਸੀ। ਰਸਤੇ ਦੇ ਵਿੱਚ ਬਰਾਤਾਂ ਲੁੱਟ ਲਈਆਂ ਜਾਂਦੀਆਂ ਸੀਗੀਆਂ, ਔਰ ਉਹਨਾਂ ਬਰਾਤਾਂ ਦੇ ਵਿੱਚ ਜਦੋਂ ਲੁੱਟਿਆ ਜਾਂਦਾ ਸੀ ਕਿਤੇ ਨਵਵਿਆਹੁਤਾ ਨੂੰ ਬਚਾਉਣ ਦੀ ਖਾਤਰ ਜਿਹੜੇ ਚਾਰ ਤਕੜੇ ਜੁੱਸੇ ਵਾਲੇ ਨੌਜਵਾਨ ਮੁੰਡੇ ਹੁੰਦੇ ਸੀਗੇ ਕਹਾਰ ਦੇ ਰੂਪ ਦੇ ਵਿੱਚ, ਉਹ ਉਹਦੀ ਰੱਖਿਆ ਕਰਦੇ ਸੀ ਕੁੜੀ ਦੀ। ਪਰ ਇੱਥੇ ਤਾਂ ਕਹਿੰਦੀ ਹੈ ਕਿ ਜਿਹੜੀ ਮੇਰੀ ਡੋਲੀ ਹੈ ਉਹ ਕਹਾਰ, ਉਹਨਾਂ ਨੇ ਮੇਰੀ ਡੋਲੀ ਦੀ ਰੱਖਿਆ ਕੀ ਕਰਨੀ ਸੀਗੀ, ਉਹਨਾਂ ਨੇ ਤਾਂ ਮੇਰੀ ਡੋਲੀ ਆਪ ਹੀ ਲੁੱਟ ਲਈ। ਅਸਲ ਦੇ ਵਿੱਚ ਮੇਰੀ ਜ਼ਿੰਦਗੀ ਨੂੰ ਲੁੱਟਣ ਵਾਲੇ ਹੋਰ ਨਹੀਂ ਸੀਗੇ, ਮੇਰੀ ਜ਼ਿੰਦਗੀ ਨੂੰ ਲੁੱਟਣ ਵਾਲੇ ਮੇਰੇ ਆਪਣੇ ਸੀਗੇ। ਬੰਨਣ ਦੀ ਥਾਂ ਬਾਵਲ ਜਿਸ ਦੇ ਆਪ ਕਲੀਰੇ ਲਾਏ। ਕਲੀਰੇ ਹੁੰਦਾ ਹੈਗਾ ਜਦੋਂ ਕੋਈ
ਕੁੜੀ ਦੇ ਵਿਆਹ ਹੁੰਦਾ ਹੈਗਾ, ਉਸ ਵਿਆਹ ਤੋਂ ਪਹਿਲਾਂ ਜਿਹੜੇ ਸ਼ਗਨ ਕੀਤੇ ਜਾਂਦੇ ਆ, ਤੇ ਮੇਰੇ ਬਾਬਲ ਨੇ ਉਹ ਕਲੀਰੇ ਰੂਪੀ ਸ਼ਗਨਾਂ ਨੂੰ ਖੁਦ ਹੀ ਖਤਮ ਕਰਤਾ, ਖੁਦ ਹੀ ਤੋੜਤਾ, ਖੁਦ ਹੀ ਉਸ ਤੋਂ ਮੈਨੂੰ ਦੂਰ ਕਰਤਾ। ਕੂਲੀ ਪੱਟ ਉਮਰ ਦੀ ਚਾਦਰ, ਕੂਲੀ ਪੱਟ ਹੁੰਦਾ ਰੇਸ਼ਮ ਦਾ ਕੱਪੜਾ, ਉਮਰ ਦੀ ਚਾਦਰ ਹੋ ਗਈ ਲੀਰਾਂ ਦੀ, ਤੇ ਮੇਰੀ ਰੇਸ਼ਮ ਵਰਗੀ ਉਮਰ, ਰੇਸ਼ਮ ਦੇ ਕੱਪੜੇ ਵਰਗੀ ਉਮਰ ਮੇਰੀ ਤਾਂ ਜਵਾਨੀ ਦੇ ਵਿੱਚ ਹੀ ਲੀਰਾਂ ਹੋ ਗਈਆਂ। ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਸੁਪਨਾ ਲੈਤਾ ਸੀ, ਉਹ ਸੁਪਨਾ ਮੇਰਾ ਚੂਰ ਚੂਰ ਹੋ ਗਿਆ। ਤਿੜਕ ਗਏ ਵੇ ਢੋਵਾਂ ਵਾਲੇ ਪਲੰਗ ਬਸਲ ਲਈ ਡਾਹੇ, ਬਸਲ ਹੁੰਦਾ ਹੈਗਾ ਮੇਲ ਮਲਾਪ ਦੀ ਲਈ ਜਿਹੜੇ ਪਲੰਗ ਡਾਹੇ ਹੋਏ ਸੀਗੇ, ਉਹ ਵੀ ਉਹਦੇ ਭਾਵ ਵੀ ਟੁੱਟ ਗਿਆ। ਭਾਵ ਵਿਛੋੜੇ ਦੇ ਵਿੱਚ ਮੈਂ ਇੰਨੀ ਤੜਫ ਰਹੀ ਹੈਗੀਆਂ। ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਜੋ ਵੇਲੇ ਹੁੰਦਾ ਜੰਗਲ ਦੇ ਵਿੱਚ, ਨਾ ਕੋਈ ਮੇਰੀ ਛਾਵੇਂ ਬੈਠੇ ਨਾ ਪੱਤ ਖਾਵਣ ਲੇਲਾ ਹੁੰਦਾ ਭੇਡ ਦਾ ਬੱਚਾ, ਨਾ ਕੋਈ ਕਹਿੰਦੇ ਮੇਰੀ ਛਾਂ ਦੇ ਵਿੱਚ ਬੈਠ ਸਕਦਾ ਹੈ, ਤੇ ਨਾ ਹੀ ਮੇਰੇ ਪੱਤਿਆਂ ਨੂੰ ਕੋਈ ਪਸ਼ੂ ਖਾਂਦਾ ਹੈ, ਲੇਲਾ ਖਾਂਦਾ ਹੈ। ਮੈਂ ਰਾਜੇ ਦੀ ਵਰਦੀ ਅੜਿਆ ਤੂੰ ਰਾਜੇ ਦਾ ਜਾਇਆ, ਵਰਦੀ ਹੁੰਦਾ ਨੌਕਰਾਣੀ, ਕਹਿੰਦੀ ਮੈਂ ਤਾਂ ਰਾਜੇ ਦੀ ਨੌਕਰਾਣੀ ਆ ਤੇ ਤੂੰ ਰਾਜੇ ਦਾ ਜਾਇਆ ਹੋਇਆ, ਤੂੰ ਰਾਜਕੁਮਾਰ ਹੈ। ਤੂੰ ਦੱਸਵੇ ਮੋਹਰਾਂ ਸਾਹਮਣੇ ਮੁੱਲ ਕੀ ਖੋਵਣ ਧੇਲੇ, ਤੇਰਾ ਮੁੱਲ ਮੋਹਰਾਂ ਬਰਾਬਰ ਹੈ ਸੋਨੇ ਦੀਆਂ ਮੋਹਰਾਂ ਦਾ, ਔਰ ਅੱਗੇ 1.25 ਤੋਲੇ ਦੀ ਇੱਕ ਮੋਹਰ ਹੁੰਦੀ ਸੀ। ਤੂੰ ਮੋਹਰਾਂ ਦਾ ਵਿੱਚ ਖੇਡਣ ਵਾਲਾ ਤੇ ਮੈਂ ਧੇਲਿਆਂ ਦੇ ਵਿੱਚ ਜਿਉਣ ਵਾਲੀ ਹਾਂ, ਤੇ ਮੋਹਰਾਂ ਤੇ ਧੇਲਿਆਂ ਦਾ ਕੀ ਮੁੱਲ ਹੁੰਦਾ? ਮੈਂ ਬਹੁਤ ਗਰੀਬ ਘਰੋਂ ਹਾਂ ਤੇ ਤੂੰ ਬਹੁਤ ਅਮੀਰ ਤੇਰਾ ਘਰ ਬਹੁਤ ਅਮੀਰ ਹੈ। ਸ਼ਿਖਰ ਦੁਪਹਿਰੇ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ। ਹੁਣ ਜਿਹੜੀਆਂ ਸੌਣ ਮਹੀਨਾ ਹੁੰਦਾ ਹੈ, ਇਹ ਮਿਲਾਪ ਵਾਲਾ ਮਹੀਨਾ ਹੈ। ਇਹਦੇ ਵਿੱਚ ਕੁੜੀਆਂ ਆਪਣੇ ਪੇਕੇ ਘਰੇ ਜਾ ਕੇ ਤੀਆਂ ਮਨਾਉਂਦੀਆਂ, ਉੱਥੇ ਖੁਸ਼ੀ ਰਹਿੰਦੀਆਂ। ਤੇ ਦੂਸਰੇ ਪਾਸੇ ਸਿਖਰ ਦੁਪਹਿਰ ਜੇਠ ਦੀ, ਉਹ ਬਹੁਤ ਹੀ ਦੁਖਦਾਈ ਦਿਨ ਹੁੰਦੇ ਆ, ਚਾਰੇ ਪਾਸੇ ਗਰਮ ਹਵਾ ਚੱਲਦੀ ਹੈ। ਹੁਣ ਮੈਂ ਸਿਖਰ ਦੁਪਹਿਰਾਂ ਨੂੰ, ਜੇਠ ਦੀਆਂ ਵਿਛੋੜੇ ਵਾਲੀਆਂ ਪਹਿਰਾਂ ਨੂੰ ਕਿਵੇਂ ਸੌਣ ਦਾ ਮਿਲਾਪ ਕਹਿ ਦੇਵਾਂ। ਚੌਹੀ ਕੁੱਠੀ ਭਾਵੇਂ ਲੱਗਣ ਲੱਖ ਤੀਆਂ ਦੀ ਮੇਲੇ, ਚਾਰੇ ਪਾਸੇ ਭਲਾਂ ਦੀ ਲੋਕ ਇਸ ਮੌਸਮ ਦੇ ਵਿੱਚ ਆਪਣੇ ਮਿਲਾਪ ਦੀਆਂ ਗੱਲਾਂ ਕਰ ਰਹੇ ਆ, ਆਪਣੇ ਮਿਲਾਪ ਦੇ ਮੇਲੇ ਮਨਾ ਰਹੇ ਆ। ਤੇਰੀ ਮੇਰੀ ਪ੍ਰੀਤ ਦਾ ਅੜਿਆ ਉਹੀਓ ਹਾਲ ਸੁ ਹੋਇਆ, ਤੇਰੀ ਤੇ ਮੇਰੇ ਲਵ ਦਾ, ਤੇਰੇ ਤੇ ਮੇਰੇ ਪਿਆਰ ਦਾ ਉਹੀ ਹਾਲ ਹੋ ਗਿਆ। ਜਿਉਂ ਚਕਵੀ ਪਹਿਚਾਨ ਨਾ ਸਕੇ ਚੰਨ ਚੜਿਆ ਦਿਉ ਵੇਲੇ, ਦਿਉ ਹੁੰਦਾ ਦਿਨ ਵੇਲੇ। ਜਿਵੇਂ ਕਹਿੰਦੀ ਹੈ ਕਿ ਕੋਈ ਚਕਵੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਚੰਦਰਮਾ ਦਿਨ ਵੇਲੇ ਚੜਿਆ ਕਿ ਨਹੀਂ, ਜਿਹੜਾ ਸੂਰਜ ਚਮਕਦਾ ਤੇ ਚੰਦਰਮਾ ਦੇ ਵਿੱਚ ਉਹ ਫਰਕ ਨਹੀਂ ਮਹਿਸੂਸ ਕਰ ਪੈਂਦੀ। ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਜੋ ਬਾਗਾਂ, ਮੈਂ ਕਹਿੰਦੀ ਉਹ ਕੰਡਿਆਲੀ ਥੋਰ ਆ ਜਿਹੜੀ ਕਿਸੇ ਬਾਗ ਦੇ ਵਿੱਚ ਉੱਗ ਪਈ। ਮੇਰੇ ਮੁੱਢ ਬਣਾਈ ਬਰਮੀ ਕਾਲੇ ਫਣੀਆਂ ਨਾਗਾਂ, ਤੇ ਮੇਰੇ ਮੁੱਢ ਦੇ ਵਿੱਚ ਇੱਕ ਖੱਡ ਬਣਾ ਲਈ ਹੈ ਕਾਲੇ ਫਣੀਅਰ ਨਾਗਾਂ ਨੇ, ਜ਼ਹਿਰੀਲੇ ਨਾਗਾਂ ਨੇ। ਮੈਂ ਮਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ, ਕਿਸੇ ਸ਼ਿਕਾਰੀ ਨੇ, ਸ਼ਿਕਾਰ ਕਰਨ ਵਾਲੇ ਇਨਸਾਨ ਨੇ ਮਾਨ ਸਰੋਵਰ ਦੇ ਵਿੱਚ ਤੁਰੀ ਫਿਰਦੀ ਮਗਰਾਈ ਨੂੰ ਫੜ ਲਿਆ ਹੈਗਾ। ਮੈਂ ਉਸ ਤਰ੍ਹਾਂ ਦੀ ਮਗਰਾਈ ਵਰਗੀ ਮੇਰਾ ਜੀਵਨ ਹੈਗਾ। ਮੈਂ ਵੀ ਵਿਛੋੜੇ ਦੇ ਵਿੱਚ ਇਸੇ ਤਰ੍ਹਾਂ ਤੜਫ ਰਹੀ ਹਾਂ। ਜੋ ਕੋਈ ਲਾਲੀ ਪੈਰ ਸੰਧੂਰੀ ਨੋਚ ਲਏ ਜਿਹਦੇ ਕਾਂਗਾ, ਕਹਿੰਦੇ ਵੀ ਕੋਈ ਅਜਿਹਾ ਪੰਛੀ ਜਿਹਦੇ ਸੰਧੂਰੀ ਪੈਰਾਂ ਦੀ ਲਾਲੀ ਨੂੰ ਕਿਸੇ ਕਾਵਾਂ ਨੇ ਨੋਚ ਲਿਆ ਹੁੰਦਾ, ਕਾਵਾਂ ਨੇ ਉਹਨੂੰ ਖਤਮ ਕਰ ਦਿੱਤਾ ਹੁੰਦਾ। ਜਾਂ ਸੱਸੀ ਦੀ ਭੈਣ ਵੇ ਦੂਜੀ, ਕੰਮ ਜਿਹਦਾ ਬਸ ਰੋਣਾ, ਲੁੱਟ ਖੜਿਆ ਜਿਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ। ਤੇ ਜਾਂ ਫਿਰ ਮੇਰੀ ਕਹਿੰਦੀ ਕਿ ਜ਼ਿੰਦਗੀ ਹੈ ਜਿਹੜੀ ਉਹ ਸੱਸੀ ਦੀ ਤਰ੍ਹਾਂ ਹੈਗੀ, ਸੱਸੀ ਦੀ ਭੈਣ ਦੀ ਤਰ੍ਹਾਂ, ਮੈਂ ਜਿਵੇਂ ਸੱਸੀ ਦੀ ਦੂਸਰੀ ਭੈਣ ਹੁੰਦੀ ਹਾਂ ਉਹਦੇ ਵਰਗੀ ਮੇਰੀ ਜ਼ਿੰਦਗੀ ਹੈ। ਮੇਰਾ ਕੰਮ ਤਾਂ ਸਿਰਫ ਵਿਛੋੜੇ ਦੇ ਵਿੱਚ ਰੋਣਾ ਹੀ ਹੈ। ਜਿਵੇਂ ਸੱਸੀ ਰੋਈ ਸੀ ਉਸੇ ਤਰ੍ਹਾਂ ਮੈਂ ਰੋਈ ਹਾਂ। ਲੁੱਟ ਖੜਿਆ ਜਿਹਦਾ ਪੁੰਨੂ ਹੋਤਾਂ, ਜਿਹਦਾ ਪੁੰਨੂ ਰਾਤ ਨੂੰ ਉਹਦੇ ਭਰਾ ਤੋਂ ਦੂਰ ਲੈ ਗਏ ਸੀਗੇ, ਸੱਸੀ ਤੋਂ ਉਹਦਾ ਪੁੰਨੂ ਖੋਹ ਲਿਆ ਸੀ, ਲੁੱਟ ਲਿਆ ਸੀ। ਮੈਂ ਤਾਂ ਉਸ ਤਰ੍ਹਾਂ ਦੀ ਸੱਸੀ ਦੀ ਭੈਣ ਵਰਗੀ ਹਾਂ, ਪਰ ਆਈਆਂ ਨਾ ਜਾਗਾਂ। ਮੁੜ ਕੇ ਉਹਨੂੰ ਜਾਗ ਨਹੀਂ ਆਈ, ਮੁੜ ਕੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਉਹਨੂੰ ਕਿਸ ਤਰ੍ਹਾਂ ਦੂਰ ਕਰ ਦਿੱਤਾ। ਬਾਗਾਂ ਵਾਲਿਆ ਤੇਰੇ ਬਾਗੀ ਹੁਣ ਜੀ ਨਹੀਂ ਉਹ ਲੱਗਦਾ, ਤੂੰ ਤਾਂ ਬਾਗਾਂ ਦਾ ਮਾਲਕ ਹੈ, ਤੂੰ ਤਾਂ ਬਹਾਰਾਂ ਦਾ ਮਾਲਕ ਹੈ। ਤੇਰੀਆਂ ਇਹਨਾਂ ਬਹਾਰਾਂ ਦੇ ਵਿੱਚ ਹੁਣ ਮੇਰਾ ਜੀ ਲੱਗਦਾ। ਵਿਛੋੜੇ ਦੇ ਰੂਪ ਦੇ ਵਿੱਚ ਖਲੀ ਖਲੋਤੀ ਮੈਂ ਬਾੜਾਂ ਵਿੱਚ 100 ਦੁਖੜੇ ਝਾਗਾਂ, ਤੇ ਮੈਂ ਤਾਂ ਜਿੱਥੋਂ ਤੇਰੇ ਤੋਂ ਦੂਰ ਖੜੀ ਹੋਈ ਉਮਰਾਂ ਦੇ ਜਿਹੜੇ ਦੁੱਖ ਆ ਉਹ ਚੱਲ ਰਹੀਆਂ, ਤੇਰੇ ਤੋਂ ਦੂਰ ਹੋ ਕੇ ਮੈਂ ਬਹੁਤ ਦੁਖੀ ਜੀਵਨ ਬਤੀਤ ਕਰ ਰਹੀ ਹਾਂ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਵਿਛੋੜੇ ਦੀ ਗੱਲ ਕੀਤੀ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਬਿਰਹਨ ਔਰਤ ਦੀ ਗੱਲ ਕੀਤੀ, ਜਿਹੜੀ ਆਪਣੇ ਪ੍ਰੇਮੀ ਤੋਂ ਦੂਰ ਬੈਠੀ ਹੋਈ ਵਿਛੋੜੇ ਦੇ ਰੂਪ ਦੇ ਵਿੱਚ ਬਹੁਤ ਹੀ ਦੁਖੀ ਜ਼ਿੰਦਗੀ ਨਿਭਾ ਰਹੀ ਹੈ। ਪਿਆਰ ਦੇ ਵਿੱਚ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਛੋੜਾ ਮਿਲਿਆ, ਇਸੇ ਵਿਛੋੜੇ ਦੇ ਵਿੱਚ ਦੁਖੀ ਹੋਈ ਉਹ ਆਪਣੇ ਹਾਲ ਨੂੰ ਬਿਆਨ ਕਰਦੀ ਹੈ ਇਸ ਕਵਿਤਾ ਦੇ ਵਿੱਚ। ਪਹਿਲੀ ਦੇ ਵਿੱਚ ਦੂਸਰੀ ਕਵਿਤਾ ਦੀ ਗੱਲ ਕਰਦੇ ਹਾਂ, ਸ਼ਿਕਰਾ। ਇਹ ਬਹੁਤ ਸੋਹਣਾ ਇੱਕ ਗੀਤ ਹੈ, ਬੜਾ ਵਧੀਆ ਗਾਇਆ ਹੈਗਾ
ਮਹਿੰਦਰ ਕਪੂਰ ਨੇ ਗਾਇਆ, ਕੁਛ ਹੋਰ ਗਾਇਕਾਂ ਨੇ ਵੀ ਗਾਇਆ। ਬਹੁਤ ਸੋਹਣੀ ਕਵਿਤਾ ਰੂਪੀ ਗੀਤ ਹੈ ਇਹ। ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਉਹਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ, ਤੇ ਉਹ ਚੋਗ ਚੁਗੀ ਦਾ ਆਇਆ ਨੀ ਮੈਂ ਬਾਰੀ ਜਾ। ਕਹਿੰਦੀ ਮਾਂ ਮੈਂ ਇੱਕ ਅਜਿਹਾ ਪ੍ਰੇਮੀ ਬਣਾ ਲਿਆ, ਮੈਂ ਇੱਕ ਅਜਿਹਾ ਮਿੱਤਰ ਬਣਾ ਲਿਆ, ਉਹ ਸ਼ਿਕਰਾ ਪੰਛੀ ਦੀ ਤਰ੍ਹਾਂ ਹੈ। ਉਹਦੇ ਸਿਰ ਤੇ ਕਲਗੀ ਸੂੰਹਦੀ ਸੀ, ਮੈਨੂੰ ਬੜਾ ਸੋਹਣਾ ਲੱਗਿਆ ਉਹ, ਤੇ ਉਹਦੇ ਪੈਰੀ ਝਾਂਜਰ, ਤੇ ਉਹ ਚੋਗ ਚੁਗੀ ਦਾ ਆਇਆ। ਚੋਗ ਚੁਗਣ ਦੇ ਲਈ ਆਇਆ ਸੀ ਤੇ ਮੈਂ ਤਾਂ ਉਹਦੇ ਜਾਲ ਦੇ ਵਿੱਚ ਫਸ ਗਈ, ਮੈਂ ਤਾਂ ਉਹਦੀ ਮੁਹੱਬਤ ਦੇ ਵਿੱਚ ਗਿਰਫਤਾਰ ਹੋ ਗਈ, ਮੈਂ ਤਾਂ ਉਹਦੀ ਮੁਹੱਬਤ ਦੀ ਚੱਕਰਾਂ ਦੇ ਵਿੱਚ ਪੈ ਗਈ। ਇੱਕ ਸ਼ਿਕਰੇ ਪੰਛੀ ਦੀ, ਜਿਹੜਾ ਇੱਕ ਕਹਿ ਸਕਦੇ ਹੋ ਤੁਸੀਂ ਕਿ ਅਜਿਹਾ ਪੰਛੀ ਜਿਹੜਾ ਕਿਸੇ ਮੌਸਮ ਦੇ ਵਿੱਚ ਆਇਆ ਤੇ ਉਸ ਮੌਸਮ ਦੇ ਵਿੱਚ ਆ ਕੇ ਉਹਨੇ ਮੈਨੂੰ ਆਪਣੇ ਆਪ ਦੇ ਰੂਪ ਦੇ ਵਿੱਚ ਵਿੰਨ ਲਿਆ, ਔਰ ਆਪ ਦੇ ਮੁਹੱਬਤ ਦੀ ਗਿਰਫਤ ਦੇ ਵਿੱਚ ਮੈਨੂੰ ਉਹਨੇ ਲੈ ਲਿਆ। ਇੱਕ ਉਹਦੇ ਰੂਪ ਦੀ ਧੁੱਪ ਤਖੇਰੀ, ਦੂਜਾ ਮਹਿਕਾਂ ਦਾ ਤਰਹਾਇਆ, ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ। ਹੁਣ ਦੇਖੋ ਸੁੰਦਰਤਾ ਦੇ ਪ੍ਰਤੀਕ ਹੈ ਸਾਰੇ। ਉਹਦਾ ਰੂਪ ਹੈ ਜਿਹੜਾ ਤਿੱਖੀ ਧੁੱਪ ਵਰਗਾ ਹੈ, ਦੂਜਾ ਮਹਿਕਾਂ ਦਾ ਤਰਹਾਇਆ, ਤੇ ਉਹ ਮਹਿਕਾਂ ਦੇ ਉੱਪਰ ਭੌਰੇ ਦੀ ਤਰ੍ਹਾਂ ਮੰਡਰਾ ਰਿਹਾ। ਦੂਜਾ ਮਹਿਕਾਂ ਦਾ ਤਰਹਾਇਆ, ਉਹਨੂੰ ਮਹਿਕਾਂ ਦੀ ਖੁਸ਼ਬੂਆਂ ਦੀ ਲੋੜ ਹੈ, ਉਹ ਖੁਸ਼ਬੂਆਂ ਦੇ ਪਿੱਛੇ ਤਰਹਾਇਆ ਹੋਇਆ ਫਿਰ ਰਿਹਾ, ਖੁਸ਼ਬੂਆਂ ਦੀ ਲਾਲਸਾ ਦੇ ਵਿੱਚ ਤੁਰਿਆ ਫਿਰਦਾ ਹੈ। ਤੀਜਾ ਉਹਦਾ ਰੰਗ ਗੁਲਾਬੀ, ਤੇ ਉਹਦਾ ਰੰਗ ਬੜਾ ਸੋਹਣਾ ਹੈ, ਬੜਾ ਸ਼ਾਨਦਾਰ ਹੈ, ਗੁਲਾਬੀ ਰੰਗ ਉਹਦਾ, ਕਿਸੇ ਗੋਰੀ ਮਾਂ ਦਾ ਜਾਇਆ। ਤੇ ਐਵੇਂ ਲੱਗਦਾ ਜਿਵੇਂ ਉਹਦੀ ਮਾਂ ਬੜੀ ਸੁੰਦਰ ਸੀ ਜਿਹਨੇ ਉਹ ਇਹੋ ਜਿਹੇ ਸ਼ਿਕਰੇ ਨੂੰ ਜਨਮ ਦਿੱਤਾ। ਨੈਣੀ ਉਹਦੇ ਚੇਤ ਦੀ ਆਥਣ, ਹੁਣ ਦੇਖੋ ਮੌਸਮ ਦੀ ਗੱਲ ਕੀਤੀ, ਨੈਣੀ ਉਹਦੇ ਚੇਤ ਦੀ ਆਥਣ। ਜਦੋਂ ਸਰਦੀਆਂ ਲੰਘ ਜਾਂਦੀਆਂ, ਗਰਮੀ ਤੇ ਸਰਦੀ ਦੇ ਵਿਚਕਾਰਲਾ ਮੌਸਮ, ਮਾਰਚ ਦਾ ਅੱਧ, ਮਾਰਚ ਦੇ ਸ਼ੁਰੂ ਤੋਂ ਲੈ ਕੇ ਉਹ ਅੱਧ ਤੱਕ ਜਿਹੜੇ ਦਿਨ ਹੁੰਦੇ ਹੈਗੇ ਹੈ, ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ, ਚੇਤ ਮਹੀਨੇ ਦੀ ਸ਼ਾਮ ਦਾ ਵੇਲਾ ਕਹਿੰਦੀ, ਉਹਦੇ ਨੈਣ ਇਸ ਤਰ੍ਹਾਂ ਦੇ ਜਿਵੇਂ ਚੇਤ ਦਾ ਮਹੀਨੇ ਦੀ ਸ਼ਾਮ ਹੁੰਦੀ ਹੈ। ਅਤੇ ਜ਼ੁਲਫੀ ਸਾਵਣ ਛਾਇਆ, ਤੇ ਉਹਦੀਆਂ ਜ਼ੁਲਫਾਂ ਇੰਨੀਆਂ ਕਾਲੀਆਂ ਤੇ ਸੰਘਣੀਆਂ ਘਟਾਵਾਂ ਵਰਗੀਆਂ, ਜਿਵੇਂ ਸਾਵਣ ਮਹੀਨੇ ਦੇ ਵਿੱਚ ਕਾਲਾ ਬੱਦਲ ਛਾਇਆ ਹੁੰਦਾ, ਉਹਦੇ ਵਾਲ ਇੰਨੇ ਸੁੰਦਰ ਹੈ। ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਉ ਚੜ੍ਹਨੇ ਤੇ ਆਇਆ, ਉਹਦੇ ਜਿਹੜੇ ਹੋਂਠ ਹੈ ਉਹਦੇ ਵਿੱਚ ਕੱਤਕ ਮਹੀਨੇ ਦੀ ਤਰ੍ਹਾਂ ਇਸ ਤਰ੍ਹਾਂ ਦਾ ਰੰਗ ਛੁਪਿਆ ਹੋਇਆ ਹੈ, ਜਿਵੇਂ ਕੱਤਕ ਮਹੀਨੇ ਦਾ ਕੋਈ ਦਿਨ ਚੜ੍ਹਨ ਤੇ ਆਇਆ ਹੋਵੇ। ਨੀ ਮੈਂ ਬਾਰੀ ਜਾਵਾਂ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਸ਼ਿਵ ਕੁਮਾਰ ਬਟਾਲਵੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਅਜਿਹੇ ਬਿੰਬ ਤੇ ਪ੍ਰਤੀਕ ਲੈ ਕੇ ਆਉਂਦਾ ਹੈ। ਭਾਸ਼ਾ ਇੰਨੀ ਸ਼ਕਤੀਸ਼ਾਲੀ ਹੈ, ਉਹਦੀ ਇੰਨੀ ਸੁੰਦਰ ਹੈ ਕਿ ਉਹਦੀ ਭਾਸ਼ਾ ਦੇ ਵਿੱਚ ਹੀ ਇਸ ਤਰ੍ਹਾਂ ਦੀ ਕਵਿਤਾ ਉੱਭਰਦੀ ਹੈ, ਇਸ ਤਰ੍ਹਾਂ ਦੀ ਕਵਿਤਾ ਦੀ ਪ੍ਰਸਤੁਤੀ ਹੁੰਦੀ ਹੈ, ਜਿਹੜੀ ਆਪਣੇ ਆਪ ਦੇ ਵਿੱਚ ਪਾਠਕ ਵਰਗ ਹੈ ਜਿਹੜਾ, ਜਾਂ ਪਾਠਕ ਨੂੰ ਪੜ੍ਹ ਕੇ ਉਹਦਾ ਆਨੰਦ ਮਾਣਦਾ, ਉਹਨੂੰ ਮਹਿਸੂਸ ਕਰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੈਗੇ ਆ, ਇਹ ਸ਼ਾਇਦ ਸ਼ਿਵ ਕੁਮਾਰ ਬਟਾਲਵੀ ਹੀ ਕਹਿ ਸਕਦਾ। ਦੇਖੋ ਦੂਰੀ ਹਰੇ ਕੇ ਪੜ੍ਹੋ, ਨੈਣੀ ਉਹਦੇ ਚੇਤ ਦੀ ਆਥਣ, ਅਤੇ ਜ਼ੁਲਫੀ ਸਾਵਣ ਛਾਇਆ, ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਉ ਚੜ੍ਹਨੇ ਤੇ ਆਇਆ, ਨੀ ਮੈਂ ਬਾਰੀ ਜਾਵਾਂ। ਸਾਹਾਂ ਦੇ ਵਿੱਚ ਫੁੱਲ ਸੋਇਆਂ ਦੇ, ਉਹਦੇ ਸਾਹਾਂ ਦੇ ਵਿੱਚ ਖੁਸ਼ਬੂ ਵਾਲੇ ਫੁੱਲ ਦੀ ਖੁਸ਼ਬੂ ਆ ਰਹੀ ਹੈ, ਫੁੱਲਾਂ ਦੀ ਖੁਸ਼ਬੂ ਆ ਰਹੀ ਹੈ, ਕਿਸੇ ਬਾਗ ਚਾਨਣ ਦਾ ਲਾਇਆ, ਤੇ ਜਿੱਥੇ ਵੀ ਉਹ ਟਿਕਦਾ ਬਹਿੰਦਾ ਹੈ ਉੱਥੇ ਹੀ ਉਹ ਚਾਨਣ ਕਰ ਦਿੰਦਾ, ਹਰ ਇੱਕ ਚੀਜ਼ ਦੇ ਉੱਪਰ ਉਹਦਾ ਪ੍ਰਭਾਵ ਪੈਂਦਾ ਹੈ। ਦੇਹੀ ਦੇ ਵਿੱਚ ਖੇਡੇ ਚਿੱਤਰ ਇਤਰਾਂ ਨਾਲ ਨਹਾਇਆ, ਤੇ ਉਹਦੀ ਜਿਹੜੀ ਦੇਹ ਹੈ, ਉਹਦਾ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਬਹਾਰਾਂ ਦੀ ਰੁੱਤ ਦੀ ਜਿਹੜੇ ਫੁੱਲ ਹੁੰਦੇ ਆ, ਉਹਦੇ ਖੁਸ਼ਬੂ ਜਿਸ ਤਰ੍ਹਾਂ ਹੁੰਦੀ ਹੈ, ਇਤਰਾਂ ਦੀ ਖੁਸ਼ਬੂ ਹੁੰਦੀ ਹੈ, ਸੈਂਟ ਦੀ ਖੁਸ਼ਬੂ ਹੁੰਦੀ ਹੈ, ਉਸ ਤਰ੍ਹਾਂ ਦਾ ਕਹਿੰਦੇ ਮੈਨੂੰ ਲੱਗ ਰਿਹਾ ਮੇਰਾ ਸ਼ਿਕਰਾ ਯਾਰ, ਮੇਰਾ ਸ਼ਿਕਰਾ ਦੋਸਤ। ਬੋਲਾਂ ਦੇ ਵਿੱਚ ਪੌਣਪੁਰੇ ਦੀ ਨੀ ਉਹ ਕੋਇਲ ਦਾ ਹਮਸਾਇਆ, ਤੇ ਉਹਦੀ ਬੋਲ ਇੰਨੇ ਸੁੰਦਰ ਹੈ, ਇਉਂ ਲੱਗਦਾ ਜਿਵੇਂ ਕੋਇਲ ਦਾ ਹਮਸਾਇਆ, ਕੋਇਲ ਦਾ ਸਾਥੀ ਹੁੰਦਾ ਹੈ। ਕੋਇਲ ਦੀ ਆਵਾਜ਼ ਬੜੀ ਸੁੰਦਰ ਹੁੰਦੀ ਹੈ, ਉਸ ਤਰ੍ਹਾਂ ਹੀ ਉਹਦੇ ਬੋਲਾਂ ਦੇ ਵਿੱਚ ਉਹਦੇ ਖਿੱਚਦੇ ਆ ਬੋਲ ਮੈਨੂੰ ਆਪਣੇ ਵੱਲ। ਚਿੱਟੇ ਦੰਦ ਜਿਉਂ ਧਾਨੋਂ ਬਗਲਾ ਤਾੜੀ ਮਾਰ ਉਡਾਇਆ, ਜਿਵੇਂ ਕੋਈ ਧਾਨ ਦੇ ਖੇਤ ਦੇ ਵਿੱਚੋਂ ਕੋਈ ਬਗਲਾ ਉੱਡਦਾ ਹੈ, ਤੇ ਉਹਦੇ ਬਗਲੇ ਉੱਡਦੇ ਦੀ ਜਿਹੜੀ ਤਸਵੀਰ ਹੁੰਦੀ ਹੈ, ਜਾਂ ਬਗਲੇ ਉੱਡਦੇ ਦੀ ਜਿਹੜੀ ਡਾਰ ਦੇ ਰੂਪ ਦੇ ਵਿੱਚ ਉੱਡ ਰਿਹਾ ਹੁੰਦਾ ਚਿੱਟਾ ਬਗਲਾ, ਉਹਦੇ ਬਗਲੇ ਵਰਗੇ, ਚਿੱਟੇ ਬਗਲੇ ਵਰਗੇ ਉਹਦੇ ਦੰਦ ਹੈ। ਨੀ ਮੈਂ ਬਾਰੀ ਜਾਂ ਇਸ਼ਕੇ ਦਾ ਇੱਕ ਪਲੰਗ ਨਵਾਰੀ, ਉਹਦੇ ਲਈ ਇੱਕ ਮੈਂ ਪਲੰਗ ਡਾਇਆ ਸੀ, ਇੱਕ ਮੰਜਾ ਟਾਈਪ ਪਲੰਗ ਬੈੱਡ ਰੂਪ,
ਤਿਆਰ ਕਰਵਾਇਆ ਸੀ। ਅਸਾਂ ਚਾਨਣੀਆਂ ਵਿੱਚ ਡਾਹਿਆ, ਚਾਨਣ ਦੇ ਵਿੱਚ ਉਹਨੂੰ ਡਾਹ ਕੇ ਦਿੱਤਾ। ਤਨ ਦੀ ਚਾਦਰ ਹੋ ਗਈ ਮੈਲੀ, ਉਹ ਪੈਰ ਨਾਲ ਪਲੰਘੇ ਪਾਇਆ, ਤੇ ਉਸ ਦੇ ਉੱਪਰ ਜਿਹੜੀ ਤਨ ਰੂਪੀ ਚਾਦਰ ਮੈਂ ਵਿਛਾਈ ਆਪਣੇ, ਉਹ ਵੀ ਮੈਲੀ ਹੋ ਗਈ। ਉਹਨੇ ਪੈਰ ਭੁੰਜੇ ਨਹੀਂ ਪਾਇਆ, ਪੈਰ ਵੀ ਨਹੀਂ ਉਹਦੇ ਤੇ ਅਜੇ ਪਾਇਆ ਸੀ, ਤੇ ਪਲੰਘੇ ਉਸ ਪੈਰ ਜਾਂ ਪਲੰਘੇ ਪਾਏ। ਜੇ ਉਹਨੇ ਪੈਰ ਜਾ ਕੇ ਪਲੰਘ ਦੇ ਉੱਪਰ ਰੱਖਿਆ ਤਾਂ ਇਸ ਤਰ੍ਹਾਂ ਦੀ ਸਾਰੀ ਸਿਚੁਏਸ਼ਨ ਦੇ ਵਿੱਚੋਂ ਮੈਨੂੰ ਲੰਘਣਾ ਪਿਆ। ਨੀ ਮੈਂ ਬਾਰੀ ਜਾਂ ਦੁੱਖਣ ਮੇਰੇ ਨੈਣਾ ਦੇ ਕੋਏ ਵਿੱਚ ਹੜੰਜੂਆਂ ਦਾ ਆਇਆ। ਤੇ ਉਹ ਜਦੋਂ ਇਸ ਤਰ੍ਹਾਂ ਦੇ ਮੈਨੂੰ ਦੁੱਖ ਦੇ ਵਿੱਚੋਂ, ਵਿਛੋੜੇ ਦੇ ਵਿੱਚੋਂ ਲੰਘਣਾ ਪਿਆ, ਤਾਂ ਮੇਰੇ ਨੈਣਾ ਦੇ ਜਿਹੜੇ ਕੋਏ ਹੁੰਦੇ ਆ, ਅੱਖਾਂ ਦੇ ਜਿਹੜੇ ਨੀਚੇ ਵਾਲਾ ਹਿੱਸਾ ਹੈਗਾ, ਉੱਥੇ ਹੰਝੂਆਂ ਦਾ ਹੜ ਆ ਗਿਆ। ਸਾਰੀ ਰਾਤ ਗਈ ਵਿੱਚ ਸੋਚਾਂ, ਉਹ ਇੱਕ ਹੀ ਜ਼ੁਲਮ ਕਮਾਇਆ, ਨਹੀਂ ਮੈਂ ਬਾਰੀ ਜਾਂ। ਇਹ ਕਿਸ ਤਰ੍ਹਾਂ ਦੇ ਜ਼ੁਲਮ ਮੇਰੇ ਤੇ ਕਮਾਇਆ ਉਹਨੇ। ਮੈਂ ਸਾਰੀ ਰਾਤ ਸੋਚ ਕੇ ਰੋ ਰਹੀ ਸੀ, ਤੜਫ ਰਹੀ ਸੀ। ਸੁਬਾਹ ਸਵੇਰੇ ਲੈ ਨਹੀਂ ਵਟਣਾ, ਅਸਾਂ ਮਲ ਉਸ ਨਹਾਇਆ। ਤੇ ਸਵੇਰੇ ਲੈ ਕੇ ਵਟਣਾ, ਨਹਾਉਣ ਦਾ ਸਮਾਨ ਸਾਰਾ, ਬਟਨਾ ਹੁੰਦਾ ਸਮਾਨ ਸਾਰਾ, ਜਦੋਂ ਵਿਆਹ ਤੋਂ ਪਹਿਲਾਂ ਬਟਨ ਲਾਇਆ ਜਾਂਦਾ, ਅਸੀਂ ਉਹਨੂੰ ਮਲ ਕੇ ਨਵਾਇਆ। ਉਹਦੀ ਮੈਲ ਉਤਾਰੀ, ਦੇਹੀ ਵਿੱਚੋਂ ਨਿਕਲਣ ਚੰਗਾ, ਤੇ ਉਹਦੀ ਦੇਹ ਦੇ ਵਿੱਚ, ਉਹਦੇ ਸਰੀਰ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਸੀ, ਚੰਗਾਂ ਨਿਕਲ ਰਹੀਆਂ ਸੀ। ਤੇ ਸਾਡਾ ਹੱਥ ਗਿਆ ਕੁਮਲਾਇਆ, ਤੇ ਉਹਦੇ ਨਾਲ ਮੇਰਾ ਹੱਥ ਵੀ ਕੁਮਲਾ ਗਿਆ, ਝੁਲਸ ਗਿਆ। ਨਹੀਂ ਮੈਂ ਬਾਰੀ ਜਾਂ ਚੂਰੀ ਕੁੱਟਾ, ਤੇ ਉਹ ਖਾਂਦਾ ਨਹੀਂ। ਉਹਨੂੰ ਦਿਲ ਦਾ ਮਾਸ ਖਵਾਇਆ। ਜਦੋਂ ਮੈਂ ਚੂਰੀ ਕੁੱਟ ਕੇ ਉਹਨੂੰ ਖਵਾਉਣ ਦੀ ਕੋਸ਼ਿਸ਼ ਕਰਦੀ ਹਾਂ, ਉਹਨੇ ਖਾਧਾ ਨਹੀਂ, ਤੇ ਉਹ ਦਿਲ ਦਾ ਮਾਸ ਉਹਨੂੰ ਖਵਾ ਕੇ ਉਹਨੂੰ ਬਰਾਇਆ, ਮੈਂ ਉਹਨੂੰ ਰਜਾਇਆ। ਮੈਂ ਉਹ ਇੱਕ ਉਡਾਰੀ ਐਸੀ ਮਾਰੀ, ਉਹਨੂੰ ਦਿਲ ਦਾ ਮਾਸ ਖਵਾਇਆ, ਇੱਕ ਉਡਾਰੀ ਐਸੀ ਮਾਰੀ, ਉਹ ਮੁੜ ਵਤਨੀ ਨਹੀਂ ਆਇਆ। ਕਹਿੰਦੀ ਇੱਕ ਵਾਰੀ ਜਦੋਂ ਉਹਨੇ ਉਡਾਰੀ ਮਾਰਤੀ, ਮੈਂ ਤੋਂ ਵਿਛੜ ਗਿਆ, ਮੁੜ ਕੇ ਵਾਪਸ ਮੇਰੇ ਕੋਲ ਨਹੀਂ ਆਇਆ। ਇਹ ਬਹੁਤ ਹੀ ਮੇਰੇ ਨਾਲ ਬੜੀ ਅਨੋਖੀ ਘਟਨਾ ਵਾਪਰੀ। ਨਹੀਂ ਮੈਂ ਬਾਰੀ ਜਾਂ ਮਾਏ ਨਹੀਂ ਮਾਏ ਜ਼ਾਰ ਬਣਾਇਆ। ਉਹਦੇ ਸਿਰ ਤੇ ਕਲੰਗੀ, ਤੇ ਉਹਦੇ ਪੈਰੀ ਝਾਂਜਰ, ਨੀ ਚੋਗ ਚੁੰਗੀਂਦਾ ਆਇਆ, ਨਹੀਂ ਮੈਂ ਬਾਰੀ ਜਾਂ। ਸੋ ਵਿਦਿਆਰਥੀ, ਉੱਥੇ ਆ ਕੇ ਕਵਿਤਾ ਵੀ ਖਤਮ ਹੋ ਜਾਂਦੀ ਹੈ। ਵਿਛੋੜੇ ਵਾਲੀ ਕਵਿਤਾ ਹੈ ਵੀ। ਹੁਣ ਆਪਾਂ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਵੇਰਵੇ ਬਾਰੇ ਗੱਲ ਕਰਦੇ ਹਾਂ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਈਸਵੀ ਨੂੰ ਪਿੰਡ ਲੋਟੀਆਂ ਵਿਖੇ ਹੋਇਆ ਸੀ। ਇਹ ਪਿੰਡ ਨਾ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ੱਕਰਗੜ੍ਹ ਵਿੱਚ ਹੈ, ਜੋ ਹੁਣ ਪਾਕਿਸਤਾਨ ਵਿੱਚ ਰਹਿ ਗਈ। ਗੁਰਦਾਸਪੁਰ ਜ਼ਿਲ੍ਹਾ ਜਿਹੜਾ, ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ, ਗੁਰਦਾਸਪੁਰ ਜ਼ਿਲ੍ਹਾ 2 ਭਾਗਾਂ ਵਿੱਚ ਵੰਡਿਆ ਗਿਆ ਸੀ। ਇੱਕ ਭਾਗ ਉਹਦਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ ਸੀ, ਦੂਸਰਾ ਸਾਡੇ ਪੰਜਾਬ ਦੇ ਵਿੱਚ, ਇੱਧਰ ਭਾਰਤ ਦੇ ਵਿੱਚ ਰਹਿ ਗਿਆ ਸੀਗਾ। ਤੇ ਉਹਦੀ ਜਿਹੜੀ ਸ਼ੱਕਰਗੜ੍ਹ ਤਹਿਸੀਲ ਸੀਗੀ, ਉਹ ਪਾਕਿਸਤਾਨ ਦੇ ਵਿੱਚ ਰਹਿ ਗਈ ਸੀ, ਜਿੱਥੇ ਸ਼ਿਵ ਕੁਮਾਰ ਦਾ ਬਟਾਲਵੀ ਦਾ ਜਨਮ ਹੋਇਆ ਸੀ 1937 ਈਸਵੀ ਵਿੱਚ। ਉਦੋਂ ਉਹਦਾ ਪਰਿਵਾਰ ਇੱਧਰ ਆ ਕੇ ਬਟਾਲੇ ਕੰਨੀ ਰਹਿਣ ਲੱਗ ਗਿਆ ਸੀ। ਸ਼ਿਵ ਕੁਮਾਰ ਬਟਾਲਵੀ ਨੇ ਪਟਵਾਰੀ ਤੇ ਬੈਂਕਰ ਦੀ ਨੌਕਰੀ ਵੀ ਕੀਤੀ। ਬੰਦਾ ਪੜ੍ਹਿਆ ਲਿਖਿਆ ਸੀ, ਪੜ੍ਹਿਆ ਥੋੜ੍ਹਾ ਸੀ ਬੇਸ਼ੱਕ, ਪਰ ਉਹਨਾਂ ਨੂੰ ਨੌਕਰੀ ਮਿਲ ਗਈ ਸੀ। ਉਦੋਂ ਦੇਸ਼ ਤਾਜ਼ਾ ਆਜ਼ਾਦ ਹੋਇਆ ਸੀ। ਥੋੜ੍ਹੇ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਨੌਕਰੀਆਂ ਮਿਲ ਜਾਂਦੀਆਂ। ਸ਼ਿਵ ਕੁਮਾਰ ਬਟਾਲਵੀ ਨੇ ਪਹਿਲਾਂ ਪਟਵਾਰੀ ਲਾ ਕੇ ਕੰਮ ਕੀਤਾ, ਫਿਰ ਉਦੋਂ ਬਾਅਦ ਬੈਂਕ ਦੇ ਵਿੱਚ ਵੀ ਨੌਕਰੀ ਕੀਤੀ। ਪਰ ਉਹਦੀ ਜ਼ਮੀਰ ਹਮੇਸ਼ਾ ਕਵਿਤਾ ਹੀ ਬਣੀ ਰਹੀ। ਕਵਿਤਾ ਨਾਲ ਪ੍ਰਤੀਬੱਧਤਾ ਕਾਰਨ ਹੀ ਉਸਨੇ ਉੱਚ ਵਿੱਦਿਆ ਹਾਸਲ ਕਰਨ ਨੂੰ ਤਰਜੀਹ ਦਿੱਤੀ। ਕਵਿਤਾ ਦੇ ਪ੍ਰਤੀ ਉਹ ਬੰਦਾ ਬੱਝਿਆ ਹੋਇਆ ਸੀ, ਕਵਿਤਾ ਦੇ ਨਾਲ, ਕਵਿਤਾ ਦੇ ਲਈ ਜਿਉਂ ਰਿਹਾ ਸੀ। ਇਸ ਤਰ੍ਹਾਂ ਦੀ ਗੱਲ ਆਲੋਚਕ ਕਰ ਰਹੇ ਆ। ਕਵੀ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਕਾਵਿ ਰਚਨਾ, ਪਹਿਲੀ ਕਾਵਿ ਪੁਸਤਕ ਪੀੜਾਂ ਦਾ ਪਰਾਗਾ ਸੀ, 1960 ਈਸਵੀ ਦੇ ਛਪੀ ਸੀ, ਜਿਸ ਦਾ ਮੂਲ ਵਿਸ਼ਾ ਬਿਰਹੋਂ ਤੇ ਦਰਦ ਸੀ। ਜਿਵੇਂ ਆਪਾਂ ਉੱਪਰਲੀਆਂ ਕਵਿਤਾਵਾਂ 'ਚ ਪੜ੍ਹਿਆ, ਬਿਰਹੋਂ ਤੇ ਦਰਦ 2 ਵਿਸ਼ੇ ਉਹਦੀ ਕਵਿਤਾ ਦੇ ਵਿੱਚ ਭਰੂ ਰਹੇ ਹੈ, ਔਰ ਇਹੀ 2 ਵਿਸ਼ੇ ਉਹਦੀ ਕਵਿਤਾ ਦੇ ਆਰ-ਪਾਰ ਫੈਲੇ ਹੋਏ ਹੈ। ਫਿਰ ਅਗਲੇ ਹੀ ਸਾਲ ਉਸਦੀ ਦੂਜੀ ਕਾਵਿ ਪੁਸਤਕ ਲਾਜਵੰਤੀ ਛਪੀ ਸੀ। ਇਸ ਤੋਂ ਬਾਅਦ ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਂ ਆਦਿ ਪੁਸਤਕਾਂ ਛਪੀਆਂ। ਉਸ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਅਰੁਣ ਸ਼ਿਵ ਬਟਾਲਵੀ ਨੇ ਬਿਰਹਾ, ਅਸਾਂ ਤਜੋਬਨ ਉੱਤੇ ਮਰਨਾ, ਸਾਗਰ ਤੇ ਕਣੀਆਂ ਪੁਸਤਕਾਂ ਛਪਾਈਆਂ। ਇਸ ਤੋਂ ਬਿਨਾਂ ਡਾਕਟਰ ਪਿਆਰਾ ਸਿੰਘ ਅਤੇ ਨਵਜੀਤ ਖਹਿਰਾ ਨੇ ਵੀ ਉਹਦੀ ਕਵਿਤਾ 1976 ਦੇ ਈਸਵੀ ਦੇ ਵਿੱਚ ਕਾਵਿ ਪੁਸਤਕ ਛਪਵਾਈ ਸੀਗੀ, ਅਲਵਿਦਾ। ਉਸ ਦੇ ਬੇਟੇ ਮਿਹਰਬਾਨ ਨੇ ਉਹਨਾਂ ਦੀਆਂ ਅਣਛਪੀਆਂ ਕਵਿਤਾਵਾਂ ਵੀ ਛਪਾਈਆਂ। ਪੰਜਾਬੀ ਦੇ ਇਸ ਲਸਾਨੀ ਕਵੀ ਦੀ ਵਿਦਾਈ 6 ਮਈ 1973 ਈਸਵੀ ਨੂੰ ਹੋਈ ਸੀਗੀ। ਤੇ 6 ਮਈ 1973 ਈਸਵੀ ਨੂੰ ਇਹ ਇਨਸਾਨ ਇਸ ਦੁਨੀਆ ਤੋਂ ਚਲਿਆ ਗਿਆ ਸੀਗਾ। ਪੰਜਾਬੀ ਸਾਹਿਤ ਲਈ ਇੱਕ ਬਹੁਤ ਵੱਡਾ ਘਾਟਾ ਸੀ। ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰ ਉਹਦੀ ਜਿਹੜੀ ਕਵਿਤਾ ਹੈਗੀ ਅੱਜ ਵੀ ਪੰਜਾਬੀ ਲੋਕ ਮਨਾਂ ਦੇ ਵਿੱਚ ਨਿਰੰਤਰ ਸਮਾਈ ਹੋਈ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਸ਼ਿਵ ਕੁਮਾਰ ਬਟਾਲਵੀ ਸ਼ਾਇਦ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਤੇ ਪੜ੍ਹਿਆ ਜਾਣ ਵਾਲਾ ਕਵੀ ਹੈ। ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧੀ ਦਾ ਅਸਲੀ ਕਾਰਨ ਇਹ ਸੀ ਕਿ ਉਹਦੀ ਕਵਿਤਾ ਦੀਆਂ ਉਹਦੀ ਕਵਿਤਾ ਉਹ ਜੜ੍ਹਾਂ ਨਾਲ ਜੁੜੀ ਹੋਈ ਹੈ, ਜਿਹੜੀਆਂ ਪੰਜਾਬੀ ਲੋਕ ਜੀਵਨ ਤੇ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਵਿਚਲੇ ਦਰਦ ਅਤੇ ਵਿਜੋਗ ਨੂੰ ਪੇਸ਼ ਕਰਦੀਆਂ ਹਨ। ਅੱਜ ਕੱਲ੍ਹ ਦਾ ਨੌਜਵਾਨ ਵਰਗ
ਦੀ ਸੋਚ ਦੀ ਗੱਲ ਕਰਦਾ ਉਹ ਵਰਤਮਾਨ ਯੁੱਗ ਦੇ ਵਿੱਚ। ਤੇ ਜਦੋਂ ਉਹ ਆਪਣੇ ਟਾਈਮ ਦੇ ਵਿੱਚ ਜਦੋਂ ਉਹ ਕਵਿਤਾ ਖੁਦ ਪੜ੍ਹ ਸੁਣਾਉਂਦਾ ਹੁੰਦਾ ਸੀ ਨਾ, ਉਸ ਸਮੇਂ ਬਹੁਤ ਵੱਡਾ ਇਕੱਠ ਹੋ ਜਾਂਦਾ ਸੀਗਾ ਉਹਦੀ ਕਵਿਤਾ ਜਿੱਥੇ ਵੀ ਉਹ ਜਾਂਦਾ ਸੀਗਾ। ਜਦੋਂ ਸ਼ਿਵ ਕੁਮਾਰ ਬਟਾਲਵੀ ਵੀ ਆਪਣੀ ਕਵਿਤਾ ਬੋਲ ਹਟਦਾ ਤਾਂ ਨਾਲ ਨਾਲ ਮੇਲਾ ਪੁੱਜੜ ਜਾਂਦਾ ਸੀ, ਇਸ ਕਰਕੇ ਉਹਦੇ ਬਿਲਕੁਲ ਲਾਸਟ ਤੇ ਬੁਲਾਇਆ ਜਾਂਦਾ ਸੀਗਾ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਪੰਜਾਬੀ ਲੋਕ ਧਾਰਾ ਦੇ ਗੀਤਾਂ ਵਰਗੀ ਰਵਾਨਗੀ ਵਾਲੀ ਹੈ। ਲੋਕ ਗੀਤਾਂ ਵਰਗੀ ਸਰਲਤਾ ਤੇ ਪ੍ਰਗੀਤਕਤਾ ਹੁੰਦੀ ਹੈ ਕਿ ਲੋਕ ਗੀਤਾਂ ਵਾਲੀ ਜਿਹੜੀ ਸੁਰ ਹੁੰਦੀ ਹੈ ਉਹਦੇ 'ਚ ਪ੍ਰਧਾਨ ਰਹੀ ਹੈ, ਉਹਦੇ ਗੀਤਾਂ ਵਰਗੀ ਰਵਾਨੀ ਵੀ ਹੈ। ਅੱਛਾ, ਇਸ ਕਵਿਤਾ ਦਾ ਸੁਭਾਅ ਇਸ ਤਰ੍ਹਾਂ ਦਾ ਰਹਿੰਦਾ ਹੈ ਕਿ ਲੋਕ ਗੀਤਾਂ ਵਰਗੀ ਸਰਲਤਾ ਨੂੰ ਆਪਣੇ ਵਿੱਚ ਰੱਖਦੀ ਹੈ ਤੇ ਉਹਦੇ ਵਰਗਾ ਜਿਹੜਾ ਰਾਗ ਆ ਉਹਦੇ ਵਿੱਚੋਂ ਮਿਲਦਾ ਸਾਨੂੰ। ਲੋਕਮੁਖੀ ਤੇ ਵਿਯੋਗੀ ਸੁਭਾਅ ਕਰਕੇ ਹੀ ਉਸ ਦੀ ਕਵਿਤਾ ਦੇ ਪਾਠਕਾਂ ਦਾ ਘੇਰਾ ਵਸੀ ਹੁੰਦਾ, ਵੱਡਾ ਭਾਰੀ ਵਾਧੂ ਘੇਰਾ ਹੋ ਜਾਣਾ। ਕਹਿੰਦਾ ਵੀ ਉਹਦੀ ਜਿਹੜੀ ਕਵਿਤਾ ਨਾ ਲੋਕਮੁਖੀ ਹੈ ਤੇ ਉਹਦਾ ਸੁਭਾਅ ਵਿਯੋਗੀ ਹੈ, ਇਸੇ ਕਰਕੇ ਆਮ ਲੋਕਾਂ ਦੇ ਵਿੱਚ ਉਹ ਬੜਾ ਹਰਮਨ ਪਿਆਰਾ ਹੋ ਗਿਆ। ਦਰਦ, ਵਿਯੋਗ, ਬਿਰਹਾ, ਮੁਹੱਬਤ ਉਹਦੀ ਕਵਿਤਾ ਦੇ ਮੁੱਖ ਵਿਸ਼ੇ ਹੈ। ਸ਼ਿਵ ਕੁਮਾਰ ਬਟਾਲਵੀ ਮੂਲ ਰੂਪ ਵਿੱਚ ਮੁਹੱਬਤ ਦਾ ਕਵੀ ਹੈ। ਮੁਹੱਬਤ ਦਾ ਅਹਿਸਾਸ ਪੰਜਾਬੀ ਮਾਨਸਿਕਤਾ ਵਿੱਚ ਬਿਰਹਾ ਵਾਲਾ ਹੈ, ਇਸ ਲਈ ਬਿਰਹਾ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦਾ ਮੂਲ ਸੁਭਾਅ ਹੈ। ਬਿਰਹਾ ਹੁੰਦਾ ਵਿਛੋੜਾ। ਉਹ ਪੰਜਾਬੀ ਵਿੱਚ ਇਕੱਲਾ ਹੀ ਅਜਿਹਾ ਕਵੀ ਹੈ ਜਿਸ ਨੇ ਆਪਣੀ ਕਵਿਤਾ ਦਾ ਮੁੱਖ ਲਕਸ਼ ਮੌਤ ਮੰਨਿਆ। ਮੁੱਖ ਜਿਹੜੀ ਉਹਦੀ ਉਦੇਸ਼ ਉਹ ਮੌਤ ਨੂੰ ਮੰਨਦਾ ਹੈ। ਲਕਸ਼, ਉਦੇਸ਼। ਉਸ ਨੂੰ ਲੱਗਦਾ ਹੈ ਕਿ ਜੇ ਜੋਬਨ ਉੱਤੇ ਮਰਨ ਵਾਲੇ ਆਸ਼ਿਕ ਅਮਰ ਹੁੰਦੇ ਹਨ। ਆਪਣੇ ਦਰਦ ਬਿੰਨੇ ਗੀਤਾਂ ਨੂੰ ਗਾਉਣ ਦੀ ਅਪਾਰ ਸਮਰੱਥਾ ਤੇ ਸੁਰੀਲੀ ਆਵਾਜ਼ ਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਨੂੰ ਪ੍ਰਸਿੱਧੀ ਦਿਵਾਉਂਦੀ ਹੈ। ਖੁਦ ਗਾਉਂਦਾ ਸੀ ਆਪਣੀਆਂ ਕਵਿਤਾਵਾਂ। ਉਹਦੀ ਬਹੁਤ ਸਾਰੇ ਜਿਹੜੇ ਗੀਤ ਹੈਗੇ BBC ਰੇਡੀਓ ਦੇ ਉੱਪਰ ਰਿਕਾਰਡ ਕਰਾਏ ਸੀ, ਉਹ ਮਿਲਦੇ ਆ ਹਜੇ ਵੀ। ਆਪਣੇ ਦਰਦ ਬਿੰਨੇ ਗੀਤਾਂ ਨੂੰ ਗਾਉਣ ਦੀ ਅਪਾਰ ਸਮਰੱਥਾ ਤੇ ਸੁਰੀਲੀ ਆਵਾਜ਼ ਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਨੂੰ ਪ੍ਰਸਿੱਧੀ ਦਿਵਾਉਂਦੀ ਹੈ। ਉਹ ਇਸ਼ਕ ਦੇ ਨਾਲ ਨਾਲ ਇਸਤਰੀ ਦੀ ਵੇਦਨਾ ਤੇ ਸਰੋਕਾਰਾਂ ਨੂੰ ਵੀ ਆਪਣੀ ਕਵਿਤਾ ਵਿੱਚ ਪੇਸ਼ ਕਰਦਾ। ਇਸਤਰੀ ਦੇ ਔਰਤ ਦੇ ਦੁੱਖਾਂ ਨੂੰ, ਦਰਦਾਂ ਨੂੰ ਆਪਣੀ ਕਵਿਤਾ ਦੇ ਵਿੱਚ ਪੇਸ਼ ਕਰਦਾ। ਭਾਰਤ ਦੇ ਮਰਦ ਪ੍ਰਧਾਨ ਜਾਗੀਰਦਾਰੀ ਸਮਾਜ ਵਿੱਚ ਔਰਤ ਦੀ ਕੋਈ ਇੱਛਾ ਨਹੀਂ। ਆਹ ਦੇਖੋ, ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ ਕਿ ਜਿਹੜਾ ਭਾਰਤ ਦੇਸ਼ ਹੈ ਨਾ, ਇਹਦੇ ਵਿੱਚ ਜਿਹੜਾ ਔਰਤ ਹੀ ਨਹੀਂ ਚੱਲਦੀ ਕਿਸੇ ਵੀ ਪਰਿਵਾਰ ਦੇ ਵਿੱਚ। ਬਹੁਤ ਘੱਟ ਪਰਿਵਾਰਾਂ ਦੇ ਵਿੱਚ ਜਿੱਥੇ ਔਰਤ ਆਪਣੇ ਫੈਸਲੇ ਖੁਦ ਲੈਂਦੀ ਹੈ, ਨਹੀਂ ਤਾਂ ਸਾਰੇ ਫੈਸਲੇ ਮਰਦਾਂ ਦੁਆਰਾ ਲੈਤੇ ਜਾਂਦੇ ਹਨ। ਮਰਦ ਜਿਹੜੀ ਇੱਛਾ ਉਹਦੇ ਤੇ ਥੋਪ ਦਿੰਦਾ, ਉਹੀ ਇੱਛਾ ਦਾ ਉਹਨੂੰ ਪਾਲਣਾ ਕਰਨਾ ਪੈਂਦਾ। ਉਹਦੀ ਆਪਦੀ ਕੋਈ ਇੱਛਾ ਨਹੀਂ। ਜੋ ਮਰਦ ਜਿਸ ਤਰ੍ਹਾਂ ਫੈਸਲੇ ਲੈਂਦਾ, ਉਹ ਸਾਰੇ ਫੈਸਲੇ ਔਰਤ ਨੂੰ ਮੰਨਣੇ ਪੈਂਦੇ ਆ। ਉਹ ਮੁਹੱਬਤ ਨਹੀਂ ਕਰ ਸਕਦੀ, ਉਸਨੂੰ ਉਸਦੀ ਮਰਜ਼ੀ ਦੇ ਖਿਲਾਫ ਉਸਦੇ ਪਿਓ ਦੇ ਹਾਣ ਦੇ ਮਰਦ ਨਾਲ ਵਿਆਹਿਆ ਜਾਂਦਾ। ਇਹ ਦੇਖੋ, ਉਹਨੇ ਜਿਹੜੀ ਉਹਦੀ ਲੂਣਾ ਕਾਵਿ ਸੰਗ੍ਰਹਿ ਹੈ ਨਾ, ਉਹਦੇ ਵਿੱਚ ਇਹ ਚੀਜ਼ ਦੱਸੀ ਗਈ ਹੈ। ਔਰਤ ਦੀਆਂ ਵੀ ਆਪਣੀਆਂ ਕੰਮ ਪੇਸ਼ਾਵਾਂ ਜਿਨ੍ਹਾਂ ਦੀ ਭਾਰਤੀ ਸਮਾਜ ਅਣਦੇਖੀ ਕਰਦਾ ਹੈ, ਉਹ ਹੁੰਦੀਆਂ ਤੇ ਉਹਨੂੰ ਪੇਸ਼ ਕਰਦਾ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਔਰਤ ਉੱਤੇ ਹੋਣ ਵਾਲੇ ਇਸ ਅਤਿਆਚਾਰ ਨੂੰ ਆਪਣੀ ਸ਼ਾਹਕਾਰ ਰਚਨਾ ਲੂਣਾ ਵਿੱਚ ਪੇਸ਼ ਕਰਦਾ। ਲੂਣਾ ਕਾਵਿ ਪੁਸਤਕ 1967 ਈਸਵੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਬਕਾਰੀ ਨਾਮ ਜਿੱਤਦੀ ਹੈ, ਮਿਲਦਾ ਉਹਨੂੰ। ਇਹ ਸਾਹਿਤ ਅਕਾਦਮੀ ਦਾ ਨਾਮ 1967 ਈਸਵੀ ਦੇ ਵਿੱਚ ਲੂਣਾ ਮਹਾਕਾਵਿ ਦੇ ਉੱਪਰ ਮਿਲਦਾ ਉਹਨੂੰ। ਪੰਜਾਬੀ ਦੇ ਇਸ ਮਹਾਕਵੀ ਦਾ ਜੀਵਨ ਕਾਲ ਸਿਰਫ 36 ਸਾਲ ਦਾ ਰਿਹਾ, ਠੀਕ ਹੈ ਨਾ। ਛੋਟੀ ਜਿਹੀ ਉਮਰ ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਜਾਂਦਾ। ਉਸਦੀ ਕਵਿਤਾ ਦਾ ਘੇਰਾ ਨਿਰੰਤਰ ਵਿਕਸ ਰਿਹਾ। ਹਜੇ ਵੀ ਉਹਦਾ ਕਵਿਤਾ ਦੀ ਗੱਲ ਸਾਡੇ ਪਾਠਕ ਵਰਗ ਦੇ ਵਿੱਚ ਲਗਾਤਾਰ ਹੋ ਰਹੀ ਹੈ। ਸ਼ਿਵ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਵਿਤਾ ਦਾ ਸੁਹਜਵੰਤ, ਪ੍ਰਸਿੱਧ ਤੇ ਲੋਕ ਮਨਾਂ ਵਿੱਚ ਵਸਦਾ ਸ਼ਾਇਰ ਹੈ। ਉਸ ਦੀ ਕਵਿਤਾ ਬਿਰਹਾ, ਮੁਹੱਬਤ, ਮੌਤ, ਕਾਮ ਤੇ ਵਿਯੋਗ ਦੇ ਜਸ਼ਨ ਦੀ ਕਵਿਤਾ ਹੈ। ਉਸ ਦੀ ਕਵਿਤਾ ਕੰਡਿਆਲੀ ਥੋਰ ਵਿੱਚ ਕੰਡਿਆਲੀ ਥੋਰ ਦੇ ਬਿੰਬ ਰਾਹੀਂ ਮਨੁੱਖ ਤੇ ਉਸਦੀ ਹੋਂਦ ਦੀ ਅਯੋਗਤਾ ਅਤੇ ਨਕਾਰਾਤਮਕਤਾ ਨੂੰ ਪੇਸ਼ ਕਰਦੇ। ਜਿਵੇਂ ਕਹਿੰਦਾ ਵੀ ਉਹ ਆਪਣੇ ਮੁੱਲ, ਵੈਲਿਊ ਨੂੰ ਨਿਰਧਾਰਿਤ ਕਰਦੀ ਹੈ। ਬਿਲਕੁਲ ਵੈਲਿਊ ਨਹੀਂ ਹੈਗੀ ਜ਼ਿੰਦਗੀ ਦੀ, ਇਸ ਤਰ੍ਹਾਂ ਦੀ ਉਹ ਗੱਲ ਕਰਦੀ ਹੈਗੀ ਹੈ। ਇਸ ਕਵਿਤਾ ਦੀ ਜਿਹੜੀ ਨੈਕ ਹੈ, ਸਵੈ ਤੇ ਸਮੂਹ ਤੋਂ ਲੈ ਕੇ ਸਮਾਜਿਕ ਤਾਣਾ ਬਾਣਾ ਹਰਿਆਵਲ ਬਿਰਖ ਦੀ ਥਾਂ ਮਨੁੱਖ ਨੂੰ ਕੰਡਿਆਵਲੀ ਥੋਰ ਵਿੱਚ ਤਬਦੀਲ ਕਰ ਦਿੰਦਾ ਹੈ। ਸਵੈ ਅਤੇ ਸਮੂਹ ਤੋਂ ਲੈ ਕੇ ਸਮਾਜਿਕ ਤਾਣਾ ਬਾਣਾ ਹਰਿਆਵਲ ਬਿਰਖ ਦੀ ਥਾਂ ਮਨੁੱਖ ਨੂੰ ਕੰਡਿਆਲੀ ਥੋਰ ਵਿੱਚ ਤਬਦੀਲ ਕਰ ਦਿੰਦਾ ਹੈ। ਉਹਨੂੰ ਵੈਲਿਊਲੈਸ ਬਣਾ ਦਿੰਦਾ ਹੈਗਾ ਸਮਾਜ ਦੇ ਵਿੱਚ। ਉਦਾਸੀ ਤੇ ਵਿਯੋਗ ਦੇ ਵੇਗ ਵਿੱਚ ਲਿਖੀ ਕਵਿਤਾ ਪ੍ਰੇਮ ਤੇ ਇਸ਼ਕ ਚੋਂ ਪੀੜਾ ਲੱਭਦੀ ਦਿਲ ਦਾ ਦਰਦ ਵੀ ਪੇਸ਼ ਕਰਦੀ ਹੈ। ਸੋ ਇਸ ਕਵਿਤਾ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਪੇਸ਼ ਕੀਤਾ ਹੈਗਾ। ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਵੀ ਕਿਹਾ ਜਾਂਦਾ ਹੈ। ਉਸ ਦੀ ਸਮੁੱਚੀ ਸ਼ਾਇਰੀ ਵਿੱਚ ਉਦਾਸ, ਸੋਗ, ਦਰਦ, ਵਿਯੋਗ ਦਾ ਕਾਫੀ ਪ੍ਰਭਾਵ ਰਿਹਾ ਹੈ। ਮੌਤ ਅਤੇ ਕਾਮਨਾ ਉਸ ਦੀ ਕਵਿਤਾ ਦੀ ਮੌਲਿਕਤਾ ਵੀ ਹੈ। ਮੌਤ ਦੀ ਕਾਮਨਾ, ਉਹ ਮੌਤ ਦੀ ਕਾਮਨਾ ਕਰਦਾ ਹੈ। ਅਸਲ ਜੋਬਨ ਉੱਤੇ ਮਰਨਾ ਕਵਿਤਾ ਉਹਦੀ, ਜੋਬਨ ਉੱਤੇ ਜੋ ਵੀ ਮਰਦਾ ਚੰਨ ਬਣੇ ਜਾਂ ਤਾਰਾ, ਠੀਕ ਹੈ। ਉਹਦੀ ਕਵਿਤਾ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਕਹਿੰਦੇ। ਸ਼ਿਕਰਾ ਕਵਿਤਾ ਪ੍ਰੇਮੀ ਦੀ ਪ੍ਰੇਮਿਕਾ ਤੇ ਉਸ ਤੋਂ ਵਿਛੜਨ ਜਾਂ ਦੂਰ ਚਲੇ ਜਾਣ ਤੋਂ ਬਾਅਦ ਦੀ ਵਾਰਤਾ ਹੈ।
ਬਿਰਹਾ ਤੇ ਵਸਲ ਦੀ ਤਾਂਘ ਦੀ ਕਸ਼ਮਕਸ਼ ਚ ਪ੍ਰੇਮੀ ਮੁੜ ਮਹਿਬੂਬਾ ਦੇ ਸਨਮੁਖ ਹੋਣਾ ਚਾਹੁੰਦਾ ਹੈ। ਗਹਿਰੀ ਉਦਾਸੀ ਤੇ ਪੀੜ ਦਾ ਵਾਤਾਵਰਨ ਹੈ। ਦਰਦਮਈ ਕਾਵਿ ਭਾਸ਼ਾ ਜਰੀਏ ਉਡਾਰੀ ਮਾਰ ਗਏ ਮਹਿਬੂਬ ਨੂੰ ਸ਼ਿਕਰਾ ਕਿਹਾ ਗਿਆ ਤੇ ਨਾਲ ਗਿਲਾ ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਛੋਟੇ ਛੋਟੇ ਗਿਲੇ ਇਸ ਕਵਿਤਾ ਦੇ ਵਿੱਚ ਕੀਤੇ ਗਏ ਆ। ਤੇ ਸੋ ਵਿਦਿਆਰਥੀ, ਇਸ ਦੇ ਨਾਲ ਹੀ ਅਸੀਂ ਸ਼੍ਰੀ ਕੁਮਾਰ ਬਟਾਲਵੀ ਦੇ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਦੀ ਗੱਲ ਕੀਤੀ, ਉਹਦੀ ਜੀਵਨ ਵੇਰਵੇ ਦੀ ਗੱਲ ਕੀਤੀ, ਉਹਦੇ ਕਾਵਿ ਸੰਗ੍ਰਹਿ ਦੀ ਗੱਲ ਕੀਤੀ, ਉਹਦੀਆਂ ਜਿਹੜੀਆਂ 2 ਕਵਿਤਾਵਾਂ ਤੁਹਾਡੇ ਪਾਠਕ੍ਰਮ 'ਚ ਨਿਰਧਾਰਤ ਹੈ ਉਹਨਾਂ ਦੇ ਸਰਲ ਅਰਥਾਂ ਦੀ ਗੱਲ ਕੀਤੀ ਹੈ। ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਲਓ। ਇਹਦੇ ਵਿੱਚੋਂ ਪ੍ਰਸੰਗ ਦੱਸ ਕੇ ਵਿਆਖਿਆ ਵੀ ਆ ਸਕਦੀ ਹੈ, ਇਹਦੇ ਸਾਰ ਵੀ ਆ ਸਕਦੇ ਆ ਕਵਿਤਾਵਾਂ ਦੇ, ਔਰ ਕਵੀ ਬਾਰੇ ਵੀ ਪੁੱਛਿਆ ਜਾ ਸਕਦਾ। ਸ਼੍ਰੀ ਕੁਮਾਰ ਬਟਾਲਵੀ ਦੇ ਜੀਵਨ ਵੇਰਵੇ ਬਾਰੇ ਵੀ ਪੁੱਛਿਆ ਜਾ ਸਕਦਾ। ਉਹਦੀ ਕਿਸ ਕਾਵਿ ਸੰਗ੍ਰਹਿ ਦੇ ਉੱਪਰ ਉਹਨੂੰ ਸਾਹਿਤ ਅਕਾਡਮੀ ਦਾ ਨਾਮ ਮਿਲਿਆ, ਉਹਦੇ ਬਾਰੇ ਵੀ ਪੁੱਛਿਆ ਜਾ ਸਕਦਾ। ਸੋ ਇਸ ਨੂੰ ਧਿਆਨ ਨਾਲ ਪੜ੍ਹੋ। ਬਹੁਤ ਹੀ ਪਿਆਰੀਆਂ ਕਵਿਤਾਵਾਂ ਦੋਨੇ। ਥੋੜ੍ਹਾ ਜਿਹਾ ਜੇਕਰ ਧਿਆਨ ਨਾਲ ਇਹ ਲੈਕਚਰ ਸੁਣੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਬੜੇ ਵਧੀਆ ਢੰਗ ਦੇ ਨਾਲ ਸਮਝ ਲੱਗ ਜਾਣਗੀਆਂ। ਸੋ ਵਿਦਿਆਰਥੀਓ, ਧਿਆਨ ਨਾਲ ਇਸ ਚੀਜ਼ ਨੂੰ, ਇਸ ਲੈਕਚਰ ਨੂੰ ਸੁਣ ਲਿਓ। ਅਗਲੇ ਲੈਕਚਰਾਂ ਦੇ ਵਿੱਚ ਆਪਾਂ ਬਾਕੀ ਦੇ ਕਵੀਆਂ ਦੀ ਗੱਲ ਕਰਾਂਗੇ। ਤੁਹਾਡੀ ਜਦੋਂ ਇਹ ਪਾਠ ਪੁਸਤਕ ਖਤਮ ਹੋ ਗਈ, ਉਸ ਤੋਂ ਬਾਅਦ ਅਗਲੇ ਜਿਹੜਾ ਇੱਕ ਨਾਵਲ ਹੈ ਤੁਹਾਡਾ, ਉਹਦੇ ਲੈਕਚਰ ਪਾਇਆ ਕਰਾਂਗੇ ਤੁਹਾਨੂੰ ਔਨਲਾਈਨ। ਤੁਸੀਂ ਦੇਖ ਲਿਆ ਕਰੋਗੇ, ਸੁਣ ਲਿਆ ਕਰੋਗੇ। ਸੋ ਅੱਜ ਦੇ ਲੈਕਚਰ ਨੂੰ ਅਸੀਂ ਇੱਥੇ ਹੀ ਖਤਮ ਕਰਨ ਜਾ ਰਹੇ ਹਾਂ।